ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਗਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਗੁਰ ਮਮ ਬੇਰੀ ਕਟਹੁ ਨਿਜ ਬੇਰੀ ਪਰਚਾਰ। ਇਹ ਬੇਰੀ ਹੋਏ ਭਵ ਸਫਲ ਬਿਨ ਬੇਰੀ ਕਰ ਪਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦਿਆਲੂ ਕਿਰਪਾਲੂ ਮਿਹਰਬਾਨ ਹਾਜ਼ਰਾ ਹਜੂਰ ਜਹਰਾ ਜਹੂਰ। ਸਰਬ ਕਲਾ ਭਰਪੂਰ ਅੰਤਰਜਾਮੀ ਸੁੱਖਾਂ ਦੇ ਸਾਗਰ। ਧੰਨ 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 ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਸੱਜੀਆਂ ਹੋਈਆਂ ਸੰਗਤਾਂ ਹੱਥ ਜੋੜ ਕੇ ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਸਤਿਗੁਰੂ ਜੀ ਦੇ ਅਸਥਾਨ ਵਿਖੇ ਸੁਭਾਏਮਾਨ ਹੋਈ ਸਤਿਗੁਰਾਂ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ। ਸਤਿਗੁਰਾਂ ਨੇ ਆਪਾਂ 'ਤੇ ਮਿਹਰ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਗਰੀਬ ਨਵਾਜ ਜੀ ਦੇ ਜੀਵਨ ਦੀ ਕਥਾ ਸੁਣਨ ਦਾ ਮੌਕਾ ਸਾਨੂੰ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਕਈ ਪ੍ਰਾਣੀਆਂ ਉੱਤੇ ਸੰਗਤ ਜੀ ਮਿਹਰ ਨਹੀਂ ਹੁੰਦੀ ਅਤੇ ਸਾਰਾ ਜਨਮ ਉਹਨਾਂ ਦਾ ਲੰਘ ਜਾਂਦਾ ਹੈ ਅਤੇ ਆਪਣੇ ਜੀਵਨ ਵਿੱਚ ਇੱਕ ਵਾਰੀ ਵੀ ਉਹ ਸਾਰੀ ਮਹਾਰਾਜ ਦੀ ਸੰਪੂਰਨ ਕਥਾ ਨਹੀਂ ਸੁਣ ਪਾਉਂਦੇ ਜੀ। ਸੋ ਆਪ ਜੀ ਸਾਧ ਸੰਗਤ ਜੀ ਵੱਡੇ ਭਾਗਾਂ ਵਾਲੇ ਹੋ। ਆਪਾਂ ਮਹਾਰਾਜ ਜੀ ਦੀ ਸਾਰੇ ਹੁਣ ਕਥਾ ਸਰਵਣ ਕਰਾਂਗੇ। ਭਾਈ ਰਾਮ ਕੋਇਰ ਜੀ ਨੇ ਜਿਵੇਂ ਜਿਵੇਂ ਮਹਾਰਾਜ ਜੀ ਦੀ ਕਥਾ ਉਚਾਰਨ ਕੀਤੀ ਉਹ ਸਾਰੀ ਆਏਗੀ ਕਥਾ। ਕੁਝ ਪ੍ਰਸੰਗ ਭਾਈ ਰਾਮ ਕੋਇਰ ਜੀ ਦੇ ਆਪ ਜੀ ਨੇ ਸੁਣੇ, ਉਹ ਕਿਵੇਂ ਬ੍ਰਹਮ ਗਿਆਨ ਦੇ ਵਿੱਚ ਲੀਨ ਰਹਿੰਦੇ ਸਨ ਜੀ। ਭਾਈ ਰਾਮ ਕੋਇਰ ਜੀ ਕਿਵੇਂ ਲਾਹੌਰ ਗਏ, ਕਿਵੇਂ ਉੱਥੇ ਉਹਨਾਂ ਦੀ ਪਰਖ ਹੋਈ, ਕਿਵੇਂ ਉਹ ਵਾਪਸ ਆਏ, ਇਹ ਸਾਰੀ ਕਥਾ ਆਪ ਜੀ ਨੇ ਸਰਵਣ ਕੀਤੀ ਹੈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਆ ਮੈਂ ਹੁਣ ਇਸ ਗ੍ਰੰਥ ਦੀ ਜਦੋਂ ਆਰੰਭਤਾ ਕਰਨੀ ਹੈ, ਕੁਝ ਬਚਨ ਤੇ ਭਾਈ ਰਾਮ ਕੋਇਰ ਜੀ ਦੇ ਨੇ, ਕੁਝ ਮੈਂ ਸਿੰਘਾਂ ਦੇ ਕੋਲੋਂ ਸਰਵਣ ਕੀਤੀ ਮਹਾਰਾਜ ਦੀ ਕਥਾ ਜਿਹੜੀ ਸੀਨਾ ਬਸੀਨਾ ਚੱਲ ਰਹੀ ਹੈ, ਅਤੇ ਕੁਝ ਕਹਿਣ ਲੱਗੇ ਮੈਂ ਅਸਥਾਨਾਂ 'ਤੇ ਜਾ ਜਾ ਕੇ ਕਥਾ ਲਿਖੀ ਹੈ। ਹੁਣ ਉਹ ਸੰਗਤ ਦੀ ਕਥਾ ਆ ਰਹੀ ਹੈ, ਆਪਾਂ ਸਾਰੇ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਧਰੋ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਤੇ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਸੁਨ ਕੈ ਸਿੰਘਨ ਸਬਨ ਤੇ ਪਰ ਉਪਕਾਰ ਵਿਸਾਲ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਹੁਣ ਕਥਾ ਭਾਈ ਰਾਮ ਕੋਇਰ ਜੀ ਜਿਵੇਂ ਲਿਖਦੇ ਆ, ਸਾਰੇ ਸਿੰਘਾਂ ਨੇ ਬੇਨਤੀ ਕੀਤੀ ਬਾਬਾ ਰਾਮ ਕੋਇਰ ਜੀ ਨੂੰ ਆਪਣੇ ਤੋਂ ਵੱਡਾ ਜਾਣ ਕੇ, ਮਹਾਨ ਜਾਣ ਕੇ, ਅਤੇ ਜਿਨ੍ਹਾਂ ਨੂੰ ਆਪਣੇ ਤੋਂ ਵੱਡਾ ਜਾਣੀਏ ਨਾ ਉਹਨਾਂ ਦੀਆਂ ਨੁਕਸਬੀਨੀਆਂ ਨਹੀਂ ਕੱਢੀ ਦੀਆਂ। ਆਪਣੇ ਤੋਂ ਵੱਡਾ ਜਾਣ ਕੇ ਰਾਮ ਕੋਇਰ ਜੀ ਨੂੰ ਬੇਨਤੀ ਕੀਤੀ। ਰਾਮ ਕੋਇਰ ਜੀ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਇਹ ਉਹਨਾਂ ਸਿੰਘਾਂ 'ਤੇ ਹੀ ਨਹੀਂ ਸਾਡੇ ਸਾਰਿਆਂ 'ਤੇ ਪਰਉਪਕਾਰ ਕੀਤਾ ਜੀ।
ਕੀ ਪਰਉਪਕਾਰ ਕੀਤਾ ਉਹ ਸੁਣੋ। ਹਾਂਜੀ। ਨੌ ਸਤਿਗੁਰ ਇਤਿਹਾਸ ਜਸ ਉਰ ਵਿਚਾਰ ਤਿਸ ਕਾਲ। ਵੀ ਉਸ ਸਮੇਂ ਗੁਰੂ ਸਾਹਿਬ ਜੀ ਦੀ ਸੋਭਾ ਦਾ ਭਰਿਆ ਹੋਇਆ, ਸਤਿਗੁਰਾਂ ਦੀ ਵਡਿਆਈ ਦਾ ਭਰਿਆ ਹੋਇਆ ਇਤਿਹਾਸ ਜਿਹੜਾ ਹੈ ਉਹ ਭਾਈ ਰਾਮ ਕੋਇਰ ਜੀ ਨੇ ਆਪਣੇ ਹਿਰਦੇ ਵਿੱਚ ਵਿਚਾਰਿਆ। ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦਾ ਸੁਣਾਇਆ, ਵਾਹਿਗੁਰੂ ਪਹਿਲਾਂ 10ਵੇਂ ਪਾਤਸ਼ਾਹ ਦਾ ਸੁਣਾਇਆ, ਫਿਰ ਗੁਰੂ ਨਾਨਕ ਸਾਹਿਬ ਤੋਂ ਲੈ ਕੇ 9ਵੇਂ ਪਾਤਸ਼ਾਹ ਤੱਕ ਫਿਰ ਦੁਬਾਰਾ ਸੁਣਾਇਆ ਜੀ ਉਹਨਾਂ ਨੇ ਸਾਰਾ ਇਤਿਹਾਸ। ਹਾਂਜੀ। ਚੌਪਈ ਭਾਈ ਰਾਮ ਕੋਇਰ ਸਾਵਧਾਨ। ਭਾਈ ਰਾਮ ਕੋਇਰ ਜੀ ਸਾਵਧਾਨ ਬੈਠ ਕੇ ਮਹਾਰਾਜ ਜੀ ਦਾ ਪਿਆਰ ਆਪਣੇ ਹਿਰਦੇ ਵਿੱਚ ਵਸਾ ਕੇ ਕਹਿਣ ਲਗੇ ਗੁਰ ਕਥਾ ਮਹਾਨ। ਮਹਾਰਾਜ ਜੀ ਦੀ ਮਹਾਨ ਕਥਾ ਕਹਿਣ ਲੱਗੇ ਜੀ, ਕਥਾ ਕਰਨ ਲੱਗੇ ਸੱਚੇ ਪਾਤਸ਼ਾਹ ਜੀ ਦੀ। ਹੁਣ ਵੇਖ ਲਓ, ਕਥਾ ਕਰਨ ਵਾਲਾ ਜਿਹੜਾ ਉਹ ਸਾਵਧਾਨ ਹੋਣਾ ਚਾਹੀਦਾ ਜੀ। ਭਾਈ ਰਾਮ ਕੋਇਰ ਜੀ ਸਾਵਧਾਨ ਹੋਏ, ਫਿਰ ਉਹਨਾਂ ਕਥਾ ਆਰੰਭ ਕੀਤੀ ਮਹਾਰਾਜ ਦੀ। ਹਾਂਜੀ। ਜਿਸ ਕੇ ਪਠਤ ਸੁਨਤ ਮਨ ਪਾਵਨ। ਕਵੀ ਸੰਤੋਖ ਸਿੰਘ ਜੀ ਨੇ ਉਹ ਪੋਥੀ ਪੜ੍ਹੀ ਜੀ, ਕਹਿਣ ਲੱਗੇ ਜਿਸ ਕਥਾ ਨੂੰ ਪੜ੍ਹ ਕੇ ਤੇ ਸੁਣ ਕੇ ਬੰਦੇ ਦਾ ਮਨ ਪਵਿੱਤਰ ਹੋ ਜਾਂਦਾ। ਹਾਂਜੀ। ਚਾਰ ਪਦਾਰਥ ਦੈ ਮਨ ਭਾਵਨ। ਚਾਰ ਪਦਾਰਥ ਜਿਹੜੇ ਆ ਉਹ ਪ੍ਰਾਪਤ ਹੁੰਦੇ ਬੰਦੇ ਨੂੰ ਜੀ, ਧਰਮ ਅਰਥ ਤੇ ਕਾਮ ਮੋਕਸ਼। ਇਸ ਕਥਾ ਨੂੰ ਸੁਣਨ ਵਾਲੇ ਦੇ ਅੰਦਰ ਧਰਮ ਟਿਕੇਗਾ, ਫਿਰ ਧਨ ਦੌਲਤ ਮਾਇਆ ਵੀ ਉਹਦੇ ਘਰ ਆਏਗੀ ਜੀ, ਕਾਮਯਾਬੀ ਵੀ ਮਿਲੇਗੀ, ਕਾਮਨਾਵਾਂ ਪੂਰੀਆਂ ਹੋਣਗੀਆਂ ਤੇ ਮੁਕਤੀ ਵੀ ਮਿਲੇਗੀ ਜੀ। ਹਾਂਜੀ। ਅਪਰ ਮਹਾਤਮ ਕਹਾਂ ਸੋ ਕਹੀਏ। ਕਵੀ ਸੰਤੋਖ ਸਿੰਘ ਕਹਿੰਦੇ ਸੰਗਤ ਜੀ ਮੈਂ ਤੁਹਾਨੂੰ ਹੋਰ ਕੀ ਮਹਾਤਮ ਦੱਸਾਂ ਇਸ ਕਥਾ ਦਾ, ਵੀ ਇਸ ਕਥਾ ਨੂੰ ਸੁਣਨ ਦਾ ਕਿੰਨਾ ਵੱਡਾ ਫਲ ਹੈ, ਕਿੰਨਾ ਕੁ ਦੱਸੀ ਜਾਵਾਂ ਕਹਿਣ ਲੱਗੇ ਤੁਹਾਨੂੰ। ਹਾਂਜੀ। ਉੱਤਮ ਸਿੱਖੀ ਕਹੋ ਪਦ ਲਹੀਏ। ਮਤਲਬ ਜਿਹੜੀ ਸਿੱਖੀ ਸਭ ਤੋਂ ਉੱਤਮ ਹੈ ਉਸ ਸਿੱਖੀ ਦੀ ਦਾਤ ਮਿਲਦੀ ਕਥਾ ਸੁਣ ਕੇ। ਹਾਂਜੀ। ਸ਼ਰੋਤਾ ਹੋਤ ਭਾਏ ਸਾਵਧਾਨ। ਸੋ ਸੁਣਨ ਵਾਲੇ ਕਥਾ ਉਹ ਵੀ ਸਾਵਧਾਨ ਹੋਣੇ ਚਾਹੀਦੇ। 14 ਗੁਣ ਕਥਾ ਕਰਨ ਵਾਲੇ ਵਿੱਚ ਹੋਣੇ ਚਾਹੀਦੇ ਤੇ 14 ਹੀ ਸੁਣਨ ਵਾਲਿਆਂ ਵਿੱਚ ਹੋਣੇ ਚਾਹੀਦੇ। ਜੇ ਰਾਮ ਕੋਇਰ ਜੀ ਸਾਵਧਾਨ ਹੋ ਕੇ ਕਥਾ ਕਰ ਰਹੇ ਆ ਤੇ ਸਰੋਤੇ ਵੀ ਸਾਵਧਾਨ ਹੋ ਕੇ ਕਥਾ ਸੁਣ ਰਹੇ। ਸ਼ਰਵਨ ਕਰਨ ਲਾਗੇ ਰੁਚ ਠਾਨ। ਬੜੀ ਰੁਚੀ ਠਾਨ ਕੇ ਬੜੇ ਧਿਆਨ ਨਾਲ ਸਰੋਤਿਆਂ ਨੇ ਫਿਰ ਮਹਾਰਾਜ ਜੀ ਦੀ ਪਵਿੱਤਰ ਕਥਾ ਸੁਣੀ। ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਭਾਈ ਰਾਮ ਕੋਇਰ ਵਾਚ। ਚੌਪਈ ਭਾਈ ਰਾਮ ਕੋਇਰੋ ਵਾਚ। ਚੌਪਈ। ਹਾਂਜੀ। ਪ੍ਰਥਮ ਚਰਨ ਕਲ ਕਾਲ ਬੇਸਾਲਾ। ਇਹ ਮਤਲਬ ਭਾਈ ਰਾਮ ਕੋਇਰ ਜੀ ਨੇ ਜੋ ਬਚਨ ਉਚਾਰਨ ਕੀਤੇ ਉਹ ਹੈ ਹੁਣ ਜੀ। ਭਾਈ ਰਾਮ ਕੋਇਰ ਜੀ ਨੇ ਕਿਹਾ ਪਹਿਲਾਂ ਬੜਾ ਵੱਡਾ ਕਲਯੁਗ ਸੀ ਜਗਤ ਵਿੱਚ ਜੀ, ਬਹੁਤ ਭਿਆਨਕ ਕਲਯੁਗ। ਹਾਂਜੀ। ਜਹ ਤਹ ਲਾਗੇ ਕਰਨ ਕੁਚਾਲਾ। ਲੋਕ ਮਾੜੇ ਕੰਮ ਕਰਨ ਲੱਗ ਪਏ ਜੀ, ਜਿਆਦੇ ਮਾੜੇ ਕੰਮ ਕਰਨ ਲੱਗ ਪਏ ਜੀ। ਹਾਂਜੀ। ਮਤ ਬਿਸਤਰੇ ਅਨਕ ਘੁਟਾਲੇ। ਭੈੜੀ ਮੱਤ ਵਿੱਚ ਫਸ ਗਏ ਜੀ ਲੋਕ, ਪੁੱਠੇ ਕੰਮ ਕਰਨ ਲੱਗ ਪਏ। ਹਾਂਜੀ। ਨਹਿ ਸਿਮਰਹਿ ਸਤ ਨਾਮ ਸੁਖਾਲੇ। ਤੇ ਵਾਹਿਗੁਰੂ ਦਾ ਸਿਮਰਨ ਨਹੀਂ ਸੀ ਕਰਦੇ ਹੁੰਦੇ ਜੀ। ਅਸਲ ਵਿੱਚ ਜਿਨ੍ਹਾਂ ਨੇ ਸੰਗਤ ਜੀ ਦੱਸਣਾ ਸੀ ਵੀ ਵਾਹਿਗੁਰੂ ਦਾ ਨਾਮ ਜਪਿਆ ਕਰੋ, ਉਹ ਆਪ ਹੀ ਨਹੀਂ ਜਪਦੇ ਜੀ। ਲੋਕ ਸਿਮਰਨ ਨਹੀਂ ਸੀ ਕਰਦੇ ਹੁੰਦੇ ਜੀ। ਹਾਂਜੀ। ਕੀਤਕ ਮਤ ਗਿਨੀਏ ਜਗ ਭਏ। ਤੇ ਜਗਤ ਵਿੱਚ ਮੱਤਾਂ ਬੜੀਆਂ ਚੱਲ ਪਈਆਂ ਜੀ, ਭਾਵ ਧਰਮ ਬੜੇ ਚੱਲ ਪਏ, ਮਜਬ ਬੜੇ ਤੁਰ ਪਏ ਜੀ। ਹਾਂਜੀ। ਤਨਕ ਸਿੱਧ ਲਹਿ ਪੰਥ ਚਲਾਏ। ਭਾਈ ਰਾਮ ਕੋਇਰ ਜੀ ਕਹਿਣ ਲੱਗੇ ਜਿਨ੍ਹਾਂ ਨੂੰ ਥੋੜੀ ਬਹੁਤੀ ਵੀ ਸਿੱਧੀ ਮਿਲੀ ਨਾ ਜੀ, ਥੋੜੀ ਬਹੁਤੀ ਵੀ, ਉਹਨਾਂ ਵੀ ਆਪਣਾ ਵੱਖਰਾ ਪੰਥ ਚਲਾ ਲਿਆ ਜੀ। ਹਾਂਜੀ। ਪਰਮੇਸ਼ਰ ਕੋ ਨਹਿ ਪਹਿਚਾਨੈ। ਹੁਣ ਜਿਹੜਾ ਰਿੱਧੀਆਂ ਸਿੱਧੀਆਂ ਦਾ ਰਸਤਾ ਉਹ ਤੇ ਰੱਬ ਦਾ ਰਸਤਾ ਹੈ ਹੀ ਨਹੀਂ ਜੀ। ਪਰਮੇਸ਼ਰ ਨੂੰ ਉਹ ਲੋਕ ਪਛਾਣ ਨਹੀਂ ਪਾਏ ਜੀ। ਹਾਂਜੀ। ਅਪਰ ਬਿਦਨ ਉਪਦੇਸ਼ ਬਖਾਨੈ। ਤੇ ਹੋਰ ਉਪਦੇਸ਼ ਦੇਣ ਲੱਗ ਪਏ, ਸਿਮਰਨ ਦਾ ਉਪਦੇਸ਼ ਨਹੀਂ ਦਿੱਤਾ ਤੇ ਹੋਰ ਉਪਦੇਸ਼ ਲੋਕਾਂ ਨੂੰ ਦੇਣਾ ਸ਼ੁਰੂ ਕਰਤਾ। ਆਹ ਕਰ ਲੋ, ਆਹ ਕਰ ਲੋ। ਲੋਕ ਉਸ ਤਰੀਕੇ ਨਾਲ ਲੱਗ ਪਏ ਜੀ।
ਹਾਂਜੀ। ਪੂਰਬ ਜੁਗਨ ਬਿਖੇ ਤਪ ਜਗਿ। ਪਹਿਲੇ ਯੁੱਗਾਂ ਵਿੱਚ ਨਾ ਜੀ ਸੰਗਤ ਜੀ ਲੋਕ ਤਪ ਕਰਦੇ ਸਨ। ਤਪ, ਪੁੱਠੇ ਲਟਕੇ ਰਹਿਣਾ, ਜੰਗਲਾਂ ਦੇ ਵਿੱਚ ਜਾ ਕੇ ਬੈਠੇ ਰਹਿਣਾ, ਤਪ ਕਰਨਾ ਜੀ। ਤੇ ਫਿਰ ਜੱਗ ਕਰਦੇ ਹੁੰਦੇ ਸਨ ਜੀ, ਹਵਨ ਕਰਾਉਂਦੇ ਸਨ, ਵੱਡੇ ਵੱਡੇ ਭੰਡਾਰੇ ਕਰਦੇ ਸਨ। ਹਾਂਜੀ। ਕਰ ਕਰ ਸਾਧਨ ਭਏ ਤਤਗ੍ਯ। ਪਰ ਉਹਨਾਂ ਇੰਨੇ ਕੁ ਸਾਧਨ ਕੀਤੇ, ਵਿੱਚ ਸਿਮਰਨ ਕਰਦੇ ਸਨ, ਤੇ ਉਹਨਾਂ ਨੂੰ ਬ੍ਰਹਮ ਗਿਆਨ ਦੀ ਦਾਤ ਮਿਲੀ ਜੀ। ਉਹਨਾਂ ਨੂੰ ਮਿਲੀ ਦਾਤ ਜੀ ਬ੍ਰਹਮ ਗਿਆਨ ਦੀ। ਹਾਂਜੀ। ਕਲ ਮਹਿ ਸ਼ਕਤਹੀਨ ਨਰ ਰਹੇ। ਪਰ ਕਲਯੁਗ ਵਿੱਚ ਤੇ ਇੰਨੀ ਸਮਰੱਥਾ ਹੀ ਨਹੀਂ ਹੈਗੀ ਲੋਕਾਂ ਕੋਲੋਂ, ਇੰਨੀ ਪਹੁੰਚ ਹੀ ਨਹੀਂ ਹੈਗੀ ਵੀ ਇੰਨਾ ਲੰਮਾ ਕੋਈ ਜਪ ਤਪ ਕਰੇ ਜੀ। ਹਾਂਜੀ। ਮਾਫ ਕਰਿਓ, 1 ਮਹੀਨਾ ਲਗਾਤਾਰ ਕਿਸੇ ਨੂੰ ਕਹੀਏ ਨਾ ਗੁਰਦੁਆਰੇ ਆ ਜਾ, ਤੇ ਕਲਯੁਗ ਇਹੋ ਜਿਹਾ ਹੈਗਾ 1 ਮਹੀਨਾ ਲਗਾਤਾਰ ਵੀ ਨਹੀਂ ਆਉਣ ਦਿੰਦਾ ਜੀ। ਕੋਈ ਨਾ ਕੋਈ ਨਾਗਾ ਪੈ ਜਾਏਗਾ। ਤੇ ਲੰਮੇ ਤਪ ਬੰਦਾ ਕਿਵੇਂ ਕਰੇਗਾ ਜੀ। ਹਾਂਜੀ। ਕਿਸ ਪ੍ਰਕਾਰ ਮੁਕਤੀ ਕਹੋ ਲਹੇ। ਤੇ ਬਾਬਾ ਰਾਮ ਕੋਇਰ ਜੀ ਕਹਿਣ ਲੱਗੇ ਕਲਯੁਗ ਵਿੱਚ ਕਿੱਥੋਂ ਇੰਨਾ ਸਮਾਂ ਬੰਦਾ ਉਹਨੇ ਜਪ ਤਪ ਕਰੇ ਤੇ ਮੁਕਤੀ ਪ੍ਰਾਪਤ ਕਰੇ। ਹਾਂਜੀ। ਕਰਤਾ ਪੁਰਖ ਵਿਚਾਰਨ ਕੀਨ। ਫਿਰ ਵਾਹਿਗੁਰੂ ਜੀ ਨੇ ਵਿਚਾਰ ਕੀਤੀ, ਪਰਮੇਸ਼ਰ ਜੀ ਨੇ ਵਿਚਾਰ ਕੀਤੀ ਜੀ। ਹਾਂਜੀ। ਜਾਣੇ ਕਲ ਮਹਿ ਜੀਵ ਜੇ ਦੀਨ। ਵੇਖਿਆ ਵੀ ਕਲਯੁਗ ਵਿੱਚ ਤੇ ਲੋਕ ਬੜੇ ਦੁਖੀ ਹੋਏ ਪਏ ਆ। ਹੁਣ ਵੀ ਤੁਸੀਂ ਵੇਖ ਲਓ, ਸਭ ਟੈਨਸ਼ਨ ਨਾਲ ਗ੍ਰਸਤ ਨੇ ਜੀ। ਚਿੰਤਤ ਹੀ ਦਿਸੈ ਸਭ ਕੋਏ। ਹਾਂਜੀ। ਸਤ ਨਾਮ ਸਿਮਰਹੁ ਸੁਖ ਹੋਏ। ਤੇ ਵਾਹਿਗੁਰੂ ਦਾ ਨਾਮ ਨਹੀਂ ਜਪਦੇ। ਜੇ ਸਤ ਨਾਮ ਸਿਮਰਹੁ ਨਹੀਂ ਸਿਮਰ ਹੈ, ਜੇ ਉਹ ਸਤ ਨਾਮ ਦਾ ਸਿਮਰਨ ਕਰਨ ਫੇਰ ਹੀ ਉਹ ਸੁਖੀ ਹੋਣਗੇ। ਹਾਂਜੀ। ਇਸ ਬਿਨ ਆਨ ਉਪਾਏ ਨਾ ਕੋਏ। ਤੇ ਸਿਮਰਨ ਤੋਂ ਬਗੈਰ ਹੋਰ ਕੋਈ ਰਸਤਾ ਵੀ ਨਹੀਂ ਹੈਗਾ। ਤੇ ਸਿਮਰਨ ਦੀ ਗੱਲ ਦੱਸ ਕੋਈ ਨਹੀਂ ਰਿਹਾ ਜੀ। ਹਾਂਜੀ। ਆਪ ਜਾਏ ਕਰ ਸੁਮਤ ਬਤਾਵੋ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਫਿਰ ਰਾਮ ਕੋਇਰ ਜੀ ਕਹਿਣ ਲੱਗੇ, ਰੱਬ ਨੇ ਵਿਚਾਰ ਕੀਤੀ, ਮੈਂ ਹੁਣ ਆਪ ਹੀ ਧਰਤੀ ਤੇ ਜਾ ਕੇ ਸਰੀਰ ਧਾਰਨ ਕਰਕੇ ਤੇ ਲੋਕਾਂ ਨੂੰ ਸੁਮਤ ਦਿਆਂਗਾ, ਸਿਮਰਨ ਦੀ, ਭਜਨ ਦੀ, ਬੰਦਗੀ ਦੀ, ਵਾਹਿਗੁਰੂ ਦੀ, ਤਾਂ ਕਿ ਲੋਕਾਂ ਦੇ ਹਿਰਦੇ ਸ਼ਾਂਤ ਹੋਣ ਜੀ। ਕਲ ਤਾਤੀ ਠੰਡਾ ਹਰ ਨਾਉ। ਵਾਹਿਗੁਰੂ ਨੇ ਆਪ ਵਿਚਾਰ ਕੀਤੀ ਵੀ ਮੈਂ ਹੁਣ ਆਪ ਧਰਤੀ ਤੇ ਸਰੀਰ ਧਾਰਨ ਕਰਨਾ। ਹਾਂਜੀ। ਪਰੇ ਕੁਮਗ ਤੇ ਸੁਮਗ ਚਲਾਵੋ। ਜਿਹੜੇ ਲੋਕ ਭੈੜੇ ਰਸਤੇ ਤੇ ਤੁਰ ਪਏ ਐ, ਹੁਣ ਉਹਨਾਂ ਨੂੰ ਕਿਸੇ ਤਰੀਕੇ ਨਾਲ ਉਸ ਪਾਸਿਓਂ ਮੋੜ ਕੇ ਤੇ ਚੰਗੇ ਰਸਤੇ ਤੇ ਲੈ ਕੇ ਆਉਣਾ। ਹਾਂਜੀ। ਮੋਹ ਬਿਨ ਸਰਕਾਰ ਇਹੋ ਨਾਹੀ। ਪਰਮੇਸ਼ਰ ਜੀ ਨੇ ਵਿਚਾਰ ਕੀਤੀ ਵੀ ਮੇਰੇ ਤੋਂ ਬਗੈਰ ਹੁਣ ਕੰਮ ਨਹੀਂ ਸਰਨਾ ਜੀ। ਹਾਂਜੀ। ਜਾਂ ਤੇ ਨਰ ਤਨ ਧਰ ਜਗ ਮਾਹੀ। ਇਸ ਕਰਕੇ ਮਨੁੱਖ ਦਾ ਸਰੀਰ ਧਾਰਨ ਕਰਕੇ ਮੈਂ ਖੁਦ ਜਗਤ ਵਿੱਚ ਜਾਣਾ ਜੀ। ਮਨੁੱਖ ਦਾ ਸਰੀਰ ਧਾਰਨ ਕਰਨਾ ਜਗਤ ਦੇ ਵਿੱਚ, ਇਹ ਪਰਮੇਸ਼ਰ ਜੀ ਨੇ ਵਿਚਾਰ ਕੀਤੀ। ਇਹ ਬਾਬਾ ਰਾਮ ਕੋਇਰ ਦੀ ਕਥਾ ਸੁਣਾ ਰਹੇ ਹੈ। ਹਾਂਜੀ। ਘਰ ਕਾਲੂ ਕੇ ਜਨਮੇ ਆਈ। ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਤੇ ਫਿਰ ਕਹਿੰਦੇ ਪਰਮੇਸ਼ਰ ਜੀ ਪਿਤਾ ਮਹਿਤਾ ਕਾਲੂ ਜੀ ਦੇ ਘਰ ਵਿੱਚ ਉਹਨਾਂ ਨੇ ਮਨੁੱਖਾ ਸਰੀਰ ਦੇ ਰੂਪ ਵਿੱਚ ਅਵਤਰਨ ਲਿਆ ਜੀ, ਆਗਮਨ ਧਾਰਨ ਕੀਤਾ ਜੀ। ਹਾਂਜੀ। ਜਨਨੀ ਤ੍ਰਿਪਤਾ ਪਿਖ ਹਰ ਖਾਈ। ਤੇ ਮਾਤਾ ਤ੍ਰਿਪਤਾ ਜੀ ਨੂੰ ਵੱਡੇ ਭਾਗ ਪ੍ਰਾਪਤ ਹੋਏ। ਮਾਤਾ ਤ੍ਰਿਪਤਾ ਜੀ ਆਪਣੇ ਪੁੱਤਰ ਨੂੰ ਵੇਖ ਕੇ ਬੜੇ ਪ੍ਰਸੰਨ ਹੋਏ। ਮਹਾਰਾਜ ਸਤਿਗੁਰਾਂ ਦੇ ਆਗਮਨ ਦੀ ਕਥਾ ਸਾਰੀ ਤੁਸੀਂ ਪਹਿਲਾਂ ਸੁਣ ਚੁੱਕੇ ਹੋ ਜੀ। ਕੀ ਉਦੋਂ ਮਾਹੌਲ ਸੀ, ਕੀ ਬਣਿਆ ਜਦੋਂ ਖੁਦ ਪਰਮੇਸ਼ਰ ਗੁਰੂ ਨਾਨਕ ਸਾਹਿਬ ਆਪ ਧਰਤੀ ਤੇ ਆਏ। ਹਾਂਜੀ। ਅਲਪ ਬੈਸ ਮਹਿ ਸੁੰਦਰ ਬੇਸ। ਤੇ ਪਰਮੇਸ਼ਰ ਨੇ ਨਾਮ ਕੀ ਰੱਖਿਆ ਆਪਣਾ? ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਬਾਬਾ ਜੀ ਮਹਿਤਾ ਕਾਲੂ ਜੀ ਦੇ ਘਰ ਵਿੱਚ ਮਾਤਾ ਜੀ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਹੋਇਆ। ਫਿਰ ਉਮਰ ਛੋਟੀ
ਤੇ ਬਚਨ ਬੜੇ ਮਹਾਨ ਤੇ ਸੁੰਦਰ। ਸਾਰੀ ਕਥਾ ਤੁਸੀਂ ਸੁਣੀ ਹੈ ਪਹਿਲਾਂ। ਹਾਂਜੀ, ਜਹ ਕਹ ਦੇਤ ਭਏ ਉਪਦੇਸ਼। ਛੋਟੀ ਉਮਰ ਤੋਂ ਹੀ ਫਿਰ ਗੁਰੂ ਨਾਨਕ ਸਾਹਿਬ ਆਪ ਪਰਮੇਸ਼ਰ, ਆਪ ਨਿਰੰਕਾਰ, ਆਪ ਰੱਬ, ਆਪ ਪਰਮੇਸ਼ਰ ਥਾਂ ਥਾਂ ਤੇ ਵਿਚਰ ਵਿਚਰ ਕੇ ਸੰਗਤਾਂ ਨੂੰ ਉਪਦੇਸ਼ ਦੇਣ ਲੱਗ ਪਏ ਜੀ। ਕੀ ਉਪਦੇਸ਼ ਦਿੱਤਾ ਜੀ? ਹਾਂਜੀ, ਸਤ ਨਾਮ ਕੋ ਸਿਮਰਨ ਕਰਨੋ। ਭਾਈ ਜੇ ਤਰਨਾ ਤੇ ਵਾਹਿਗੁਰੂ ਦਾ ਨਾਮ ਜਪੋ। ਕਹੋ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ। ਪਰਮੇਸ਼ਰ ਦਾ ਨਾਮ ਜਪੋ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵਹੁ ਸੂਖ ਕਨੇਰੇ। ਨਾਮ ਜਪੋ, ਨਾਮ ਨਾਲ ਮੁਕਤੀ ਹੋਣੀ ਹੈ। ਇਹ ਉਪਦੇਸ਼ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੇ। ਹਾਂਜੀ, ਸਨੈ ਸਨੇ ਤਨ ਅਹੰ ਬਸਰਨੋ। ਪਰਮੇਸ਼ਰ ਜੀ ਦਾ ਨਾਮ ਜਪ ਕੇ ਤੇ ਹੌਲੀ ਹੌਲੀ ਹਉਮੈ ਦਾ ਤਿਆਗ ਕਰਨਾ ਜੀ। ਹਉਮੈ ਦਾ ਤਿਆਗ ਕਰਨਾ ਜੀ। ਚਲੋ ਕਿਸੇ ਨੇ ਥੋੜੀ ਛੱਡੀ, ਕਿਸੇ ਨੇ ਬਹੁਤੀ ਛੱਡੀ, ਪਰ ਸਾਧ ਸੰਗਤ ਜਿਹੜੇ ਸੰਗਤ ਕਰਦੇ ਆ ਉਹ ਇਸ ਰਸਤੇ ਤੇ ਤੁਰਦੇ ਤਾਂ ਹੈਗੇ ਆ ਨਾ ਜੀ। ਕੋਈ ਥੋੜੀ ਛੱਡ ਲੈਂਦਾ, ਕੋਈ ਬਹੁਤੀ ਛੱਡ ਦਿੰਦਾ, ਪਰ ਤੁਰਦੇ ਤਾਂ ਹੈਗੇ ਨਾ ਜੀ। ਹਾਂਜੀ, ਭਾਣਾ ਪਰਮੇਸ਼ਰ ਕਹੋ ਜੈਸੇ, ਹੋਏ ਪ੍ਰਸੰਨ ਅਨੁਸਾਰੀ ਤੈਸੇ। ਬਾਬਾ ਰਾਮ ਕੋਇਰ ਦੀ ਕਥਾ ਸੁਣਾ ਰਹੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਉਹ ਉਪਦੇਸ਼ ਦਿੱਤਾ, ਜਿਵੇਂ ਵਾਹਿਗੁਰੂ ਦਾ ਭਾਣਾ ਨਾ ਉਹਦੇ 'ਚ ਖੁਸ਼ ਰਹਿਣਾ, ਉਹਦੇ 'ਚ ਖੁਸ਼ ਰਹਿਣਾ। ਪਰਮੇਸ਼ਰ ਦੇ ਭਾਣੇ ਨੂੰ ਗਲਤ ਨਹੀਂ ਕਹਿਣਾ ਕਦੀ ਵੀ। ਹਾਂਜੀ, ਇਸ ਪ੍ਰਕਾਰ ਕੋ ਦੇ ਉਪਦੇਸ਼। ਇਸ ਤਰੀਕੇ ਨਾਲ ਧੰਨ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਉਪਦੇਸ਼ ਦਿੱਤਾ। ਅਨਕ ਨਰਨ ਕੇ ਕਟੇ ਕਲੇਸ਼। ਤੇ ਗਿਣਤੀ ਕੋਈ ਨਹੀਂ ਜੀ। ਜਗਤ ਵਿੱਚ ਕਿੰਨਿਆਂ ਕਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਲੇਸ਼ ਕੱਟੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਗਿਣਤੀ ਕੋਈ ਨਹੀਂ ਜੀ। ਸਿਮਰਨ ਨਾਲ, ਨਾਮ ਨਾਲ ਜੋੜ ਕੇ ਕਲੇਸ਼ ਕੱਟੇ ਮਹਾਰਾਜ ਜੀ ਨੇ। ਹਾਂਜੀ, ਮੂਲੇ ਕੀ ਤਨੁਜਾ ਬੜ ਭਾਗਨ। ਸਮਾਂ ਆਇਆ ਤੇ ਮੂਲ ਚੰਦ ਜੀ ਖੱਤਰੀ, ਉਹਨਾਂ ਦੀ ਸਪੁੱਤਰੀ ਮਾਤਾ ਜੀ, ਜਗਤ ਮਾਤਾ, ਮਾਤਾ ਸੁਲੱਖਣੀ ਜੀ, ਜਿਨ੍ਹਾਂ ਦੇ ਬੜੇ ਵੱਡੇ ਭਾਗ ਨੇ। ਹਾਂਜੀ, ਸ਼੍ਰੀ ਗੁਰ ਮਹਿਲਾ ਮਹਾ ਸੁਹਾਗਨ। ਉਹਨਾਂ ਦੇ ਭਾਗ ਜਾਗੇ ਤੇ ਉਹ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰੋਂ ਗੁਰੂ ਜੀ ਦੇ ਮਹਿਲ ਬਣੇ ਜੀ। ਹਾਂਜੀ, ਤਿਸ ਤੇ ਪੁੱਤਰ ਭਏ ਜੁਗ ਧੀਰ। ਫਿਰ ਬਾਬਾ ਰਾਮ ਕੋਇਰ ਦੀ ਕਥਾ ਸੁਣਾ ਰਹੇ ਤੇ ਪ੍ਰੇਮੀ ਸੁਣ ਰਹੇ। ਕਹਿੰਦੇ ਅੱਗੋਂ ਫਿਰ ਉਹਨਾਂ ਤੋਂ 2 ਪੁੱਤਰ ਪੈਦਾ ਹੋਏ ਜੀ। ਹਾਂਜੀ, ਬ੍ਰਹਮ ਗਿਆਨ ਮਹਿ ਅਚਲ ਗੰਭੀਰ। ਜਿਨ੍ਹਾਂ ਦੀ ਅੱਗੇ ਚੱਲ ਕੇ ਅਵਸਥਾ ਐਸੀ ਬਣ ਗਈ ਵੀ ਉਹ ਬ੍ਰਹਮ ਗਿਆਨ ਵਿੱਚ ਟਿਕ ਗਏ ਜੀ। ਜਾ ਕੇ ਬੜੀ ਵੱਡੀ ਅਵਸਥਾ, ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋਈ ਉਹਨਾਂ ਨੂੰ। ਹਾਂਜੀ, ਜੇਠੋ ਭਾ ਸ਼੍ਰੀ ਚੰਦ ਉਦਾਰਾ। ਜਿਹੜੇ ਸਤਿਗੁਰਾਂ ਦੇ ਵੱਡੇ ਸਪੁੱਤਰ ਨੇ ਭਾਈ ਸਿੱਖੋ, ਉਹਨਾਂ ਦਾ ਨਾਮ ਹੈ ਬਾਬਾ ਸ੍ਰੀ ਚੰਦਰ ਜੀ। ਹਾਂਜੀ, ਮਹਿ ਗ੍ਰਹਸਤ ਮਹਿ ਅੰਗੀਕਾਰਾ। ਉਹਨਾਂ ਨੇ ਗ੍ਰਸਤੀ ਮਾਰਗ ਨੂੰ ਅੰਗੀਕਾਰ ਨਹੀਂ ਕੀਤਾ, ਪ੍ਰਵਾਨ ਨਹੀਂ ਕੀਤਾ, ਗ੍ਰਸਤੀ ਨਹੀਂ ਬਣੇ ਉਹ। ਹਾਂਜੀ, ਰਹਿ ਬ੍ਰਿਤੀ ਨਿਤ ਜੋਗ ਅਰੂੜਾ। ਉਹ ਕਿਵੇਂ ਰਹੇ ਜੀ? ਉਹ ਜੋਗ ਬਿਰਤੀ ਵਿੱਚ ਟਿਕੇ ਰਹੇ ਜੀ ਬਾਬਾ ਜੀ, ਬਾਬਾ ਸ਼੍ਰੀ ਚੰਦਰ ਜੀ। ਹਾਂਜੀ, ਇੱਕ ਰਸ ਮੈਂ ਆਸ਼ੈ ਜਿਸ ਗੂੜਾ। ਛੋਟੀ ਗੱਲ ਨਹੀਂ ਹੈਗੀ ਜੀ। ਨਿੰਦਾ ਕਰਨ ਲੱਗਿਆ ਤੇ ਮਿੰਟ ਲਾਉਂਦੇ ਜੀ। ਬਾਬਾ ਸ਼੍ਰੀ ਚੰਦਰ ਜੀ ਸਾਧ ਸੰਗਤ ਸਦਾ ਹੀ ਇੱਕ ਰਸ ਵਿੱਚ ਰਹੇ ਪਰਮੇਸ਼ਰ ਦੇ। ਚਲੋ ਕਈ ਬਚਨ ਆਉਂਦੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ, ਉਹ ਬਚਨ ਨੂੰ ਨਹੀਂ ਸਮਝ ਪਾਏ, ਪਰ ਕੱਲੀ ਓਨੀ ਥੋੜੀ ਉਮਰ ਹੋਈ ਬਾਬਾ ਜੀ ਦੀ। ਸਾਧ ਸੰਗਤ ਦੀ 150 ਸਾਲ ਉਮਰ ਹੋਈ ਬਾਬਾ ਸ਼੍ਰੀ ਚੰਦਰ ਸਾਹਿਬ ਜੀ ਦੀ। ਇੱਕ ਰਸ ਬਾਬਾ ਜੀ ਰਹੇ ਜੀ, ਇੱਕ ਰਸ। ਹਾਂਜੀ, ਜਿਨ ਕੇ ਛੁਇਓ ਬੇਕਾਰ ਨਾ ਕੋਏ। ਆ ਵੇਖ ਲੋ ਬਾਬਾ ਰਾਮ ਕੋਇਰ ਜੀ ਬ੍ਰਹਮ ਗਿਆਨੀ ਬਾਬਾ ਸ਼੍ਰੀ ਚੰਦਰ ਜੀ ਦੀ ਸਿਫਤ ਕਰਨ ਦੇ। ਕਹਿੰਦੇ ਭਾਈ ਗੁਰਮੁਖੋ, ਬਾਬਾ ਸ਼੍ਰੀ ਚੰਦਰ ਜੀ ਨੂੰ ਵਕਾਰ ਛੂ ਵੀ ਨਹੀਂ ਸਕਿਆ। ਕਾਮ ਦਾ ਮੈਲਾ ਫੁਰਨਾ। ਮਾਫ ਕਰਿਓ, ਅਸੀਂ ਸੰਸਾਰੀ ਬੰਦੇ ਆ,
ਮੈਲੇ ਫੁਰਨਿਆਂ ਦੇ ਵਿੱਚ ਗ੍ਰਸਤੀ ਰਹਿੰਦੇ ਆ ਜੀ, ਕ੍ਰੋਧ 'ਚ ਗ੍ਰਸਤ ਰਹਿੰਦੇ ਆ। ਹਾਂਜੀ, ਧੰਨ ਬਾਬਾ ਜੀ ਬਾਬਾ ਸ੍ਰੀ ਚੰਦਰ ਜੀ ਦੇ ਨੇੜਿਓਂ ਵੀ ਇਹ ਫੁਰਨੇ ਨਹੀਂ ਲੰਘੇ ਜੀ। ਹਾਂਜੀ, ਜਤੀ ਪੁਰਸ਼ ਭੀਸ਼ਮ ਸੰਗ ਸਮ ਸੋਏ। ਜਿਵੇਂ ਭੀਸ਼ਮ ਜੀ ਬੜੇ ਵੱਡੇ ਜਤੀ ਪੁਰਸ਼ ਮੰਨੇ ਗਏ ਜੀ ਦੁਆਪਰ ਵਿੱਚ, ਉਵੇਂ ਹੀ ਸ੍ਰੀ ਚੰਦਰ ਜੀ ਮਹਾਨ ਜਤੀ ਹੋਏ, ਮਹਾਨ ਜਤੀ ਜੀ। ਹਾਂਜੀ, ਲਖਮੀ ਦਾਸ ਅਨੁਜ ਤਿਨ ਭਇਓ। ਤੇ ਇੱਕ ਛੋਟੇ ਗੁਰੂ ਨਾਨਕ ਸਾਹਿਬ ਦੇ ਸਪੁੱਤਰ ਬਾਬਾ ਸ੍ਰੀ ਚੰਦਰ ਜੀ ਦੇ ਭਰਾ, ਜਿਨ੍ਹਾਂ ਦਾ ਨਾਮ ਹੈ ਬਾਬਾ ਲਖਮੀ ਦਾਸ ਜੀ। ਇਹ ਵੀ ਛੋਟੀ ਅਵਸਥਾ ਵਾਲੇ ਨਹੀਂ ਸੀ। ਬਹੁਤ ਸਾਰੀਆਂ ਸੰਗਤਾਂ ਨੂੰ ਸੰਗਤ ਜੀ ਬਾਬਾ ਲਖਮੀ ਦਾਸ ਜੀ ਬਾਰੇ ਪਤਾ ਨਹੀਂ ਹੈ, ਪਰ ਬਾਬਾ ਰਾਮ ਕੋਇਰ ਜੀ ਹੁਣੇ ਦੱਸਣਗੇ। ਹਾਂਜੀ, ਮਗ ਗ੍ਰਹਸਥ ਜਿਨ ਧਾਰਨ ਕਯੋ। ਉਹਨਾਂ ਨੇ ਗ੍ਰਸਤੀ ਮਾਰਗ ਧਾਰਨ ਕੀਤਾ ਜੀ। ਜਿਵੇਂ ਮਹਾਰਾਜ ਨੇ ਉਪਦੇਸ਼ ਦਿੱਤਾ ਉਸ ਅਨੁਸਾਰ ਗ੍ਰਸਤੀ ਬਣੇ ਜੀ ਉਹ। ਹਾਂਜੀ, ਗਿਆਨ ਵਿਖੇ ਜੁਗ ਭਰਾਤ ਸਮਾਨ। ਤੇ ਗਿਆਨ ਵਿੱਚ ਨਾ ਦੋਵੇਂ ਭਰਾ ਬਰਾਬਰ ਸਨ ਜੀ। ਠੀਕ ਹੈ, ਬਾਬਾ ਸ੍ਰੀ ਚੰਦਰ ਜੀ ਦੀ ਵਡਿਆਈ ਹੈ, ਸਾਧ ਸੰਗਤ ਜੀ ਜਗਤ ਵਿੱਚ ਬਾਬਾ ਜੀ ਦੇ ਅਸਥਾਨ ਬਣੇ ਹੈ, ਉਹਨਾਂ ਨੇ ਪ੍ਰਚਾਰ ਕੀਤਾ, ਪਰ ਅਵਸਥਾ ਦੋਵਾਂ ਦੀ ਬਰਾਬਰ ਸੀ। ਇਹ ਮੈਂ ਨਹੀਂ ਕਹਿ ਰਿਹਾ, ਇਹ ਰਾਮ ਕੋਇਰ ਜੀ ਕਹਿ ਰਹੇ ਜੀ। ਹਾਂਜੀ, ਸ਼੍ਰੀ ਨਾਨਕ ਕੇ ਪੁੱਤਰ ਸੁਜਾਨ। ਦੋਵੇਂ ਮਹਾਰਾਜ ਦੇ ਪੁੱਤਰ ਬਰਾਬਰ ਦੀ ਅਵਸਥਾ ਦੇ ਸਨ ਜੀ। ਹਾਂਜੀ, ਧਰਮ ਚੰਦ ਪੋਤਰਾ ਪੁੰਨ ਭਇਓ। ਤੇ ਫਿਰ ਬਾਬਾ ਲਖਮੀ ਦਾਸ ਜੀ ਦੇ ਘਰ ਇੱਕ ਸਪੁੱਤਰ ਪੈਦਾ ਹੋਇਆ, ਜਿਹਦਾ ਨਾਮ ਹੈ ਧਰਮਚੰਦ। ਬਾਬਾ ਧਰਮਚੰਦ ਜੀ, ਦੇਖ ਲੋ ਬਾਬਾ ਧਰਮਚੰਦ ਜੀ ਦੇ ਕਿੰਨੇ ਵੱਡੇ ਭਾਗ, ਗੁਰੂ ਨਾਨਕ ਸਾਹਿਬ ਦੇ ਪੋਤਰੇ ਨੇ। ਮਹਾਰਾਜ ਆਪ ਪਰਮੇਸ਼ਰ, ਇਹ ਤੇ ਰੱਬ ਦੇ ਹੀ ਜੀ ਹੈ ਜੀ, ਰੱਬ ਦੇ ਘਰ ਦੇ ਜੀ ਨੇ ਜੀ। ਇਹ ਰੱਬ ਦੇ ਘਰ ਦੇ ਜੀ ਹੈ, ਪੋਤਰੇ ਨੇ ਬਾਬਾ ਜੀ ਬਾਬਾ ਧਰਮ ਸਿੰਘ ਜੀ ਗੁਰੂ ਨਾਨਕ ਸਾਹਿਬ ਜੀ ਦੇ, ਬਾਬਾ ਧਰਮਚੰਦ ਜੀ। ਹਾਂਜੀ, ਜਿਸ ਤੇ ਬੰਸ ਬੇਦੀਨ ਥਇਓ। ਤੇ ਜਿਹਦੇ ਤੋਂ ਅੱਗੋਂ ਬੇਦੀਆਂ ਦਾ ਬੰਸ ਫਿਰ ਚੱਲਿਆ। ਇੱਕ ਦਿਨ ਕਰ ਅਖੇਰ ਕਹੋ ਆਏ। ਇੱਕ ਦਿਨ ਬਾਬਾ ਜੀ ਬਾਬਾ ਲਖਮੀ ਦਾਸ ਜੀ ਸ਼ਿਕਾਰ ਖੇਡ ਕੇ ਆਏ ਜੀ। ਹਾਂਜੀ, ਸ਼ਾਸ ਹੱਥ ਅਸ ਦੋਹ ਦਿਸ਼ ਲਰਕਾਏ। ਤੇ ਸਾਧ ਸੰਗਤ ਜੀ ਖਰਗੋਸ਼ ਮਾਰ ਕੇ ਨਾ ਘੋੜਿਆਂ ਦੇ ਦੋਵਾਂ ਪਾਸੇ ਲਟਕਾਏ ਹੋਏ ਸਨ ਜੀ। ਇਹ ਵੀ ਬੇਨਤੀ ਕਰਦੇ ਆਂ ਵੀ ਜਿਹੜੇ ਬਾਬਾ ਲਖਮੀ ਦਾਸ ਸਨ, ਸਾਧ ਸੰਗਤ ਜੀ, ਬਾਬਾ ਲਖਮੀ ਦਾਸ ਜੀ ਰਾਜਸੀ ਬਿਰਤੀ ਵਾਲੇ ਸਨ। ਅੰਦਰੋਂ ਬ੍ਰਹਮ ਗਿਆਨ ਸੀ, ਪਰ ਬਾਹਰੋਂ ਰਾਜਿਆਂ ਵਾਲਾ ਕਰਮ ਕਰਦੇ ਸਨ। ਅੰਦਰੋਂ ਬ੍ਰਹਮ ਗਿਆਨ ਦ੍ਰਿੜ ਸੀਗਾ ਜੀ। ਤੇ ਉਹ ਸ਼ਿਕਾਰ ਖੇਡ ਕੇ ਆਏ ਜੀ। ਹਾਂਜੀ, ਸ਼੍ਰੀ ਚੰਦ ਨੇ ਅਨੁਜ ਨਿਹਾਰਾ। ਬਾਬਾ ਸ੍ਰੀ ਚੰਦ ਜੀ ਨੇ ਆਪਣੇ ਛੋਟੇ ਭਰਾ ਨੂੰ ਵੇਖਿਆ ਜੀ। ਹਾਂਜੀ, ਕਿਰਪਾ ਜੁਗਤ ਹੋਏ ਬਾਕ ਉਚਾਰਾ। ਤੇ ਕਿਰਪਾ ਵਿੱਚ ਆ ਕੇ ਆਪਣੇ ਛੋਟੇ ਭਰਾ ਨੂੰ ਇਸ ਤਰ੍ਹਾਂ ਕਿਹਾ ਬਾਬਾ ਜੀ ਨੇ। ਹਾਂਜੀ, ਦਿਨ ਪ੍ਰਤ ਅਨਕ ਜੀਵ ਕਹੋ ਘਾਵੈ। ਕਹਿਣ ਲੱਗੇ ਤੁਸੀਂ ਰੋਜ਼ ਸ਼ਿਕਾਰ ਤੇ ਜਾਂਦੇ ਤੇ ਕਈ ਤਰ੍ਹਾਂ ਦੇ ਜੀਵ ਮਾਰਦੇ ਹੋ। ਹਾਂਜੀ, ਇਹ ਲੇਖਾ ਦੇਨੋ ਬਨ ਆਵੈ। ਇਹ ਤੇ ਲੇਖਾ ਦੇਣਾ ਪਏਗਾ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਸੰਗਤ ਜੀ, ਇਹ ਅਚਰਜ ਖੇਡਾਂ ਨੇ। ਸਾਨੂੰ ਆਪਣੇ ਘਰ ਦੇ ਜੀਆਂ ਬਾਰੇ ਨਹੀਂ ਪਤਾ ਲੱਗਦਾ, ਤੇ ਗੁਰੂ ਨਾਨਕ ਸਾਹਿਬ ਜੀ ਦੇ ਜੀ ਜਿਹੜੇ ਰੱਬ ਦੇ ਹੀ ਘਰ ਦੇ ਜੀ ਹੈ, ਉਹਨਾਂ ਬਾਰੇ ਅਸੀਂ ਬਿਆਨਬਾਜ਼ੀ ਕਰਦੇ ਫਿਰੀਏ। ਮੂਰਖਤਾ ਹੀ ਹੈ, ਮੂਰਖਤਾ ਹੀ ਹੈ। ਜਿਵੇਂ ਕਿਵੇਂ ਵੀ ਹੈ, ਇਹਨਾਂ ਬਾਬਿਆਂ ਦਾ ਸਤਿਕਾਰ ਹੈ। ਉਹ ਭਰਾ ਨੇ ਆਪਸ 'ਚ ਜਿਵੇਂ ਮਰਜ਼ੀ ਗੱਲ ਕਰ ਲੈਣ ਜੀ। ਵੱਡੇ ਭਰਾ ਨੇ ਕਹਿ ਦਿੱਤਾ ਵੀ ਇਹ ਤੇ ਲੇਖਾ ਦੇਣਾ ਪਏਗਾ। ਹਾਂਜੀ, ਕਹਿਓ ਭਰਾਤ ਕੋ ਨਹੀਂ ਸਹਾਰਾ। ਹਾਂਜੀ, ਗਇਓ ਸਦਨ ਮੈਂ ਕੀ ਨਸਤਿਆਰਾ। ਤੇ ਫਿਰ ਬਾਬਾ ਰਾਮ ਕੋਇਰ ਜੀ ਦੱਸ ਰਹੇ ਆ, ਕਹਿੰਦੇ ਉਸ ਸਮੇਂ ਬਾਬਾ ਲਖਮੀ ਦਾਸ ਜੀ ਨੇ ਵਿਚਾਰ ਕੀਤੀ ਵੀ ਪਹਿਲਾਂ ਲੇਖਾ ਦੇ ਹੀ ਆਈਏ, ਦੇ ਹੀ ਆਈਏ। ਭਾਵ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਨੇ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਇੱਥੇ ਤੇ ਜਿਹੜਾ ਗੁਰੂ ਨਾਨਕ ਸਾਹਿਬ ਦਾ ਨਾਮ ਲੈਂਦਾ ਉਹਦਾ ਨਹੀਂ ਲੇਖਾ ਹੋ ਸਕਦਾ। ਪਰ ਉਸ ਦਿਨ ਬਾਬਾ ਜੀ ਨੇ ਫੁਰਨਾ ਬਣਾਇਆ ਵੀ ਅੱਜ ਚਲੇ ਜਾਣਾ ਜੀ ਲੇਖਾ ਦੇਣ ਵਾਸਤੇ।
ਤੇ ਲੇਖਾ ਤੇ ਸੰਗਤ ਜੀ ਮਰ ਕੇ ਹੁੰਦਾ ਜੀ ਬੰਦੇ ਦਾ ਜੀ। ਹਾਂਜੀ, ਜੇ ਬੰਦਾ ਕਹੇ ਮੈਂ ਲੇਖਾ ਦੇਣ ਜਾਣਾ ਤੇ ਮਰਨਾ ਪਏਗਾ। ਇਹਨਾਂ ਆਖਿਆ ਵੀ ਹੁਣ ਆਪਾਂ ਐਂ ਜੀ ਲੇਖਾ ਦੇਣ ਜਾਣਾ ਤੇ ਤਿਆਰੀ ਕਰ ਲਈ ਜੀ। ਹਾਂਜੀ, ਆਪਨ ਭਾਰ ਜਾ ਲੈ ਸੁਤ ਸੰਗ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਨਹੁੰ ਨੂੰ ਵੀ ਨਾਲ ਲੈ ਲਿਆ, ਭਾਵ ਆਪਣੀ ਪਤਨੀ ਨੂੰ ਵੀ ਨਾਲ ਲੈ ਲਿਆ ਜੀ। ਤੇ ਪਤਨੀ ਨੂੰ ਜਿੱਥੇ ਲਿਆ ਉੱਥੇ ਆਪਣੇ ਪੁੱਤਰ ਬਾਬਾ ਧਰਮਚੰਦ ਜੀ ਨੂੰ ਵੀ ਲਿਆ। ਉਦੋਂ ਛੋਟੇ ਸੀਗੇ ਜੀ ਉਹ। ਹਾਂਜੀ, ਧਾਰ ਸ਼ੀਗਰਤਾ ਚੜਿਓ ਤੁਰੰਗ। ਬਸ ਸੰਗਤ ਜੀ ਇੱਕੋ ਘੋੜੇ ਤੇ ਸਵਾਰੀ ਕਰ ਲਈ ਜੀ, ਇੱਕੋ ਘੋੜੇ ਤੇ। ਹਾਂਜੀ, ਆਏ ਭਰਾਤ ਸੋ ਭਨਿਓ ਜਨਾਏ। ਤੇ ਘੋੜਾ ਚਲਾ ਕੇ ਨਾ ਤੇ ਘੋੜਾ ਹਵਾ ਚ ਡਾਉਣ ਲੱਗ ਪਏ। ਸਮਤਵੰਦ ਸਨ, ਸਿੱਧਾ ਹੀ ਕਹਿਣ ਲੱਗੇ ਆਪਾਂ ਲੇਖਾ ਦੇਣ ਚੱਲੇ ਆਂ। ਤੇ ਆ ਕੇ ਨਾ ਉੱਪਰੋਂ ਬਾਬਾ ਸ੍ਰੀ ਚੰਦ ਜੀ ਨੂੰ ਕਹਿਣ ਲੱਗੇ, ਹਾਂਜੀ, ਲੇਖਾ ਦੇਨ ਅਬਹਿ ਹਮ ਜਾਏ। ਕਹਿੰਦੇ ਵੱਡੇ ਭਰਾ ਜੀ ਅਸੀਂ ਲੇਖਾ ਦੇਣ ਜਾ ਰਹੇ ਹਾਂ। ਹਾਂਜੀ, ਸੁਨਤ ਸ਼੍ਰੀ ਚੰਦ ਹਿਰਦੇ ਵਿਚਾਰਾ। ਹੁਣ ਬਾਬਾ ਸ੍ਰੀ ਚੰਦ ਜੀ ਨੂੰ ਵੀ ਪਤਾ ਵੀ ਮੇਰਾ ਛੋਟਾ ਭਰਾ ਸਮਰੱਥਾ ਵਾਲਾ ਹੈ। ਤੇ ਪਿਆਰਿਓ ਨਾ ਵਿਚਾਰ ਕਰਕੇ ਵੀ ਇਹ ਤੇ ਲੇਖਾ ਦੇਣ ਚੱਲੇ ਆ ਤੇ ਮੁੜ ਪਤਾ ਨਹੀਂ ਵਾਪਸ ਆਉਣਾ ਕਿ ਨਹੀਂ ਆਉਣਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਪਿਆਰਿਓ ਬਾਬਾ ਸ੍ਰੀ ਚੰਦ ਜੀ ਨੇ ਵਿਚਾਰ ਕੀਤੀ ਆਪਣੇ ਮਨ ਵਿੱਚ। ਹਾਂਜੀ, ਧਰਮ ਚੰਦ ਕੋ ਪਕਰ ਉਤਾਰਾ। ਤੇ ਫਿਰ ਕੀ ਕੀਤਾ? ਧਰਮ ਚੰਦ ਨੂੰ ਸਾਧ ਸੰਗਤ ਬਾਂਹ ਲੰਮੀ ਕਰਕੇ ਤੇ ਘੋੜੇ ਤੋਂ ਹੀ ਲਾ ਲਿਆ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬਾਬਾ ਸ੍ਰੀ ਚੰਦ ਜੀ ਨੇ ਬਾਂਹ ਲੰਮੀ ਕਰ ਲਈ ਤੇ ਆਪਣੀ ਬਾਂਹ ਨੂੰ ਲੰਮਿਆ ਕਰਕੇ ਘੋੜੇ ਤੇ ਬੈਠਾ ਉਹਨਾਂ ਦਾ ਭਤੀਜਾ ਗੁਰੂ ਨਾਨਕ ਸਾਹਿਬ ਦਾ ਪੁੱਤਰ ਆ, ਉਹਨੂੰ ਥੱਲੇ ਲਾ ਲਿਆ ਜੀ। ਹਾਂਜੀ, ਹਮ ਕੋ ਨਹਿ ਗ੍ਰਹਸਥ ਕੋ ਕਰਹੀ। ਤੇ ਨਾਲੇ ਆਖਿਆ ਛੋਟੇ ਭਰਾ ਨੂੰ, ਕਹਿੰਦੇ ਭਰਾ ਜੀ ਅਸੀਂ ਤੇ ਗ੍ਰਸਤ ਨਹੀਂ ਕੀਤਾ ਤੇ ਨਾ ਕਰਨਾ। ਹਾਂਜੀ, ਰਹਿ ਬੰਸ ਇਸ ਤੇ ਜਗ ਥਿਰਹੀ। ਪਰ ਧਰਮ ਚੰਦ ਦਾ ਇੱਥੇ ਰਹਿਣਾ ਜ਼ਰੂਰੀ ਹੈ। ਇਹਦੇ ਨਾਲ ਗੁਰੂ ਨਾਨਕ ਸਾਹਿਬ ਦੀ ਬੰਸ ਚੱਲੇਗੀ। ਅੱਜ ਵੀ ਸਾਧ ਸੰਗਤ ਬੰਸ ਚੱਲ ਰਹੀ ਹੈ ਮਹਾਰਾਜ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ। ਹਾਂਜੀ, ਸਹਿਤ ਭਾਰ ਜਾ ਗਇਓ ਨਾ ਆਇਓ। ਤੇ ਕਿਉਂ ਤੁਸੀਂ ਹੁਣ ਆਪਣੀ ਪਤਨੀ ਨੂੰ ਸਮੇਤ, ਆਪਣੀ ਪਤਨੀ ਦੇ ਸਮੇਤ ਜਾ ਰਹੇ ਹੋ ਤੇ ਫਿਰ ਕੀ ਪਤਾ ਵੀ ਆਉਣਾ ਹੈ ਕਿ ਨਹੀਂ ਆਉਣਾ। ਹਾਂਜੀ, ਅਵਲੋਕਤ ਨਰ ਗਨ ਬਿਸਮਾਇਓ। ਤੇ ਸਾਧ ਸੰਗਤ ਜੀ ਉਹ ਗੱਲ ਇਸੇ ਤਰ੍ਹਾਂ ਹੋਈ। ਬਾਬਾ ਜੀ ਬਾਬਾ ਲਖਮੀ ਦਾਸ ਜੀ ਗੁਰੂ ਨਾਨਕ ਸਾਹਿਬ ਦੇ ਸਪੁੱਤਰ ਨੇ। ਕਿਸੇ ਤੇ ਹੈਗੀ ਇੰਨੀ ਤਾਕਤ ਜੀ ਅੱਜ। ਮੈਂ ਫਿਰ ਬੇਨਤੀ ਕਰਾਂ, ਐਵੇਂ ਨਾ ਭੁਲੇਖੇ ਵਿੱਚ ਪੈ ਕੇ ਕੱਚੇ ਪਿੱਲਿਆਂ ਨੂੰ ਸੁਣ ਕੇ ਗੁਰੂ ਨਾਨਕ ਸਾਹਿਬ ਦੇ ਪੁੱਤਰਾਂ ਦੀ ਨਿੰਦਿਆ ਕਰਿਆ ਕਰੋ। ਸਾਨੂੰ ਕੋਈ ਅਧਿਕਾਰ ਨਹੀਂ ਹੈਗਾ ਗੁਰੂ ਦੇ ਪੁੱਤਰਾਂ ਦੀ ਨਿੰਦਿਆ ਕਰਨ ਦਾ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸਾਨੂੰ ਕੋਈ ਅਧਿਕਾਰ ਨਹੀਂ ਹੈਗਾ। ਦੱਸੋ ਸਾਨੂੰ ਕਿਹਨੇ ਅਧਿਕਾਰ ਦਿੱਤਾ ਜੀ? ਲੇਖਾ ਦੇਣ ਗਏ, ਮੁੜ ਧਰਤੀ ਤੇ ਨਹੀਂ ਆਏ ਜੀ ਬਾਬਾ ਲਖਮੀ ਦਾਸ ਜੀ। ਗੱਜ ਕੇ ਆਖੋ ਵਾਹਿਗੁਰੂ। ਰੱਬ ਦੇ ਘਰ ਦੇ ਜੀ ਸਨ, ਤਾਕਤ ਵਾਲੇ ਸਨ, ਸੱਚਖੰਡ ਦੇ ਵਿੱਚ ਹੀ ਰਹਿ ਗਏ ਜੀ। ਉੱਥੇ ਜੀ ਸੱਚਖੰਡ ਦੇ ਵਿੱਚ ਹੀ ਰਹਿ ਗਏ ਬਾਬੇ, ਪਤਨੀ ਸਮੇਤ ਬਾਬਾ ਲਖਮੀ ਚੰਦ ਜੀ। ਤੇ ਸਾਰੇ ਹੈਰਾਨ ਹੋ ਗਏ ਵੀ ਬਾਬਾ ਜੀ ਤੇ ਆਏ ਨਹੀਂ। ਬਾਬਾ ਲਖਮੀ ਦਾਸ ਜੀ ਦਾ ਨਾ ਸਰੀਰ ਮਿਲਿਆ ਤੇ ਨਾ ਉਹਨਾਂ ਦੇ ਸੰਸਕਾਰ ਵਾਲੀ ਥਾਂ ਹੈਗੀ ਜੀ। ਤੇ ਫਿਰ ਪਿੱਛੋਂ ਧਰਮ ਚੰਦ ਜੀ ਤੋਂ ਬੰਸ ਚੱਲਿਆ ਜੀ ਬੇਦੀਆਂ ਦਾ। ਹੁਣ ਬਾਬਾ ਸ੍ਰੀ ਚੰਦ ਜੀ ਨੇ ਪੁੱਤ ਤੇ ਰੱਖ ਲਿਆ। ਧਰਮ ਚੰਦ ਜੀ ਛੋਟੇ ਸਨ ਤੇ ਪਿਆਰਿਓ ਆਪ ਪਾਲਣ ਪੋਸ਼ਣਾ ਕਰਦੇ ਰਹੇ ਪਿਤਾ ਬਣ ਕੇ ਜੀ। ਬਾਬਾ ਸ੍ਰੀ ਚੰਦ ਸਾਹਿਬ ਜੀ ਆਪ ਪਾਲਣਾ ਕਰਦੇ ਰਹੇ ਜੀ ਆਪ। ਹਾਂਜੀ, ਸਭ ਬੇਦੀ ਉਜਲ ਜਿਮ ਹੰਸ। ਫਿਰ ਗੁਰੂ ਨਾਨਕ ਸਾਹਿਬ ਜੀ ਦੀ ਕੁੱਲ ਅੱਗੋਂ ਚੱਲੀ ਜੀ। ਇੱਕ ਸੰਸਾਰਕ ਕੁੱਲ ਹੈ ਨਾ ਇਹ, ਦੂਜੀ ਚੱਲੀ ਪੀੜੀ ਸੋਢੀਆਂ, ਉਹ ਪੀੜੀ ਤੇ ਵੱਖਰੀ ਹੈ। ਉਥੋਂ ਮਹਾਰਾਜ ਜੀ ਦੀ ਬੰਸ ਚੱਲੀ। ਸਾਰੇ ਬੇਦੀ ਹੰਸਾਂ ਵਰਗੇ ਉਜਲ ਹਨ। ਸ਼੍ਰੀ ਚੰਦ ਬਏ ਭਏ ਬਿਸਾਲਾ। ਤੇ ਸ੍ਰੀ ਚੰਦ ਬਏ ਭਈ ਬਿਸਾਲਾ। ਅੱਗੋਂ ਭਾਈ ਰਾਮ ਕੋਇਰ ਜੀ ਦੱਸਦੇ, ਕਹਿੰਦੇ ਸੰਗਤ ਜੀ ਬਾਬਾ ਸ੍ਰੀ ਚੰਦ ਜੀ ਦੀ ਬੜੀ ਵੱਡੀ ਉਮਰ ਹੋਈ ਹੈ। ਮੈਂ ਅੱਗੇ ਬੇਨਤੀ ਕੀਤੀ
ਗੁਰੂ ਘਰ 'ਚ ਖੇਡ ਕੀ ਹੈ? ਗੁਰੂ ਘਰ ਦੇ ਸਭ ਤੋਂ ਪਹਿਲੇ ਸਾਹਿਬਜ਼ਾਦੇ ਪਿਆਰਿਓ ਬਾਬਾ ਸ੍ਰੀ ਚੰਦ ਸਾਹਿਬ ਜੀ, ਅੰਤਮ ਸਾਹਿਬਜ਼ਾਦੇ ਬਾਬਾ ਜੀ ਬਾਬਾ ਫਤਿਹ ਸਿੰਘ ਜੀ, ਤੇ ਬਾਬਾ ਸ੍ਰੀ ਚੰਦ ਜੀ 150 ਸਾਲ, ਤੇ ਬਾਬਾ ਫਤਿਹ ਸਿੰਘ ਜੀ ਦੀ ਉਮਰ ਸਾਰੀ 7 ਸਾਲ ਦੀ। ਸੋ ਬਾਬਾ ਜੀ ਬਾਬਾ ਸ੍ਰੀ ਚੰਦ ਜੀ ਦੀ ਬੜੀ ਵੱਡੀ ਉਮਰ ਹੋਈ ਜੀ। ਹਾਂਜੀ, ਜਗ ਮਹਿ ਦੇਹ ਧਰੀ ਚਿਰ ਕਾਲਾ। ਲੰਮਾ ਸਮਾਂ ਬਾਬਾ ਸ੍ਰੀ ਚੰਦ ਜੀ ਨੇ ਆਪਣਾ ਸਰੀਰ ਰੱਖਿਆ ਜੀ, ਲੰਮਾ ਸਮਾਂ ਜੀ। ਹਾਂਜੀ, ਸਦਾ ਜੋਗ ਰਸ ਭੋਗਨ ਕਰਤੇ। ਤੇ ਸਦਾ ਜੋਗ ਦੇ ਰਸ ਨੂੰ ਭੋਗਦੇ ਸਨ, ਪਰਮੇਸ਼ਰ ਦੇ ਨਾਮ ਦਾ ਰਸ ਛਕਦੇ ਸਨ। ਹਾਂਜੀ, ਜਗਤ ਬਾਸ਼ਨਾ ਨਹਿ ਮਨ ਵਰਤੇ। ਜਗਤ ਦੀਆਂ ਵਾਸ਼ਨਾਵਾਂ ਦੇ ਵਿੱਚ ਬਾਬਾ ਜੀ ਬਾਬਾ ਸ੍ਰੀ ਚੰਦ ਜੀ ਨੇ ਆਪਣਾ ਧਿਆਨ ਨਹੀਂ ਲਾਇਆ ਜੀ। ਹਾਂਜੀ, ਜਹਾਂਗੀਰ ਜਬ ਭਾ ਤੁਰਕੇਸ਼। ਤੇ ਸਮਾਂ ਆਇਆ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਗੁਰੂ ਅੰਗਦ ਸਾਹਿਬ ਜੀ ਦਾ, ਗੁਰੂ ਅਮਰਦਾਸ ਜੀ ਦਾ, ਗੁਰੂ ਰਾਮਦਾਸ ਸਾਹਿਬ ਜੀ ਦਾ, ਗੁਰੂ ਅਰਜਨ ਸਾਹਿਬ ਜੀ ਦਾ, ਜਹਾਂਗੀਰ ਦਾ। ਵਾਹਿਗੁਰੂ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤੇ ਉਦੋਂ ਜਹਾਂਗੀਰ ਸੀਗਾ ਜੀ, ਮੌਕੇ ਤੇ ਰਿਹਾ। ਕਿੰਨਾ ਸਮਾਂ ਹੋਇਆ ਬਾਬਾ ਸ੍ਰੀ ਚੰਦ ਜੀ ਨੇ ਆਪਣਾ ਸਰੀਰ ਰੱਖਿਆ ਜੀ। ਇੱਧਰ ਗੁਰੂ ਸਾਹਿਬ ਬਦਲਦੇ ਗਏ, ਉਧਰ ਮੁਗਲ ਬਾਦਸ਼ਾਹ ਬਦਲਦੇ ਗਏ। ਮੁਗਲ ਬਾਦਸ਼ਾਹ ਦਾ ਸਮਾਂ ਆਇਆ, ਜਹਾਂਗੀਰ ਸਲਤਨਤ ਦਾ ਬਾਦਸ਼ਾਹ ਬਣਿਆ ਜੀ। ਹਾਂਜੀ, ਸੁਨ ਕੈ ਇਨ ਸੋ ਸੁਜਸ ਵਿਸ਼ੇਸ਼। ਉਹਨੇ ਸੁਣਿਆ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਸਰੀਰ ਕਰਕੇ ਹੈਗੇ ਐ, ਪੀੜੀ ਨਹੀਂ, ਅੱਗੇ ਪੁੱਤਰ ਹੈ ਸਰੀਰ ਕਰਕੇ। ਹਾਂਜੀ, ਕਈ ਬਾਰ ਨਿਜ ਮਨੁਜ ਪਠਾਏ। ਤੇ ਜਹਾਂਗੀਰ ਦੇ ਮਨ ਦਾ ਫੁਰਨਾ ਬਣਿਆ, ਮੈਂ ਬਾਬਾ ਜੀ ਬਾਬਾ ਸ੍ਰੀ ਚੰਦ ਜੀ ਦੇ ਦਰਸ਼ਨ ਕਰਾਂ। ਤੇ ਜਹਾਂਗੀਰ ਨੇ ਫਿਰ ਕਈ ਵਾਰੀ ਮਨੁੱਖ ਭੇਜੇ ਬਾਬਾ ਜੀ ਨੂੰ ਲੈਣ ਵਾਸਤੇ ਜੀ। ਹਾਂਜੀ, ਬਿਨੈ ਠਾਨ ਕੈ ਨਿਕਟ ਬੁਲਾਏ। ਬੜੀਆਂ ਬੇਨਤੀਆਂ ਕਰਦਾ ਰਿਹਾ ਜਹਾਂਗੀਰ, ਬਾਬਾ ਜੀ ਨੇੜੇ ਆਓ, ਬਾਬਾ ਜੀ ਆਓ, ਮੈਂ ਦਰਸ਼ਨ ਕਰਨਾ ਚਾਹੁੰਦਾ ਤੁਹਾਡੇ। ਹਾਂਜੀ, ਕਰਾ ਮਾਤ ਕੋ ਚਾਹਤ ਦੇਖਾ। ਅਸਲ 'ਚ ਦਰਸ਼ਨ ਕੀ ਕਰਨੇ ਸਨ? ਜਹਾਂਗੀਰ ਵੀ ਬਾਬਾ ਸ੍ਰੀ ਚੰਦ ਜੀ ਦੀ ਕਰਾਮਾਤ ਵੇਖਣਾ ਚਾਹੁੰਦਾ ਸੀਗਾ ਜੀ। ਸੁਣਿਆ ਸੀ ਬੜੇ ਕਰਾਮਾਤੀ ਹੈ। ਹਾਂਜੀ, ਕੌਤਕ ਜਿਸ ਕੇ ਹਿਰਦੇ ਬਸ਼ੇਖਾ। ਵੀ ਬਾਬਾ ਜੀ ਦੇ ਬੜੇ ਕੌਤਕ ਨੇ, ਆਸੇ ਪਾਸੇ ਸੁਣਦਾ ਸੀ। ਤੇ ਜਹਾਂਗੀਰ ਨੇ ਫੁਰਨਾ ਬਣਾਇਆ ਵੀ ਬਾਬਾ ਸ੍ਰੀ ਚੰਦ ਜੀ ਦੇ ਦਰਸ਼ਨ ਕਰਕੇ ਮੈਂ ਵੀ ਕੋਈ ਕੌਤਕ ਵੇਖਾਂ। ਗੋਦੜੀਆ ਸੇਵਕ ਰਹਿ ਨਾਲੇ। ਤੇ ਬਾਬਾ ਸ੍ਰੀ ਚੰਦ ਜੀ ਦੇ ਕੋਲ ਨਾ ਇੱਕ ਸੇਵਕ ਪੱਕਾ ਹੀ ਸੀ, ਜਿਹਦਾ ਨਾਮ ਸੀ ਭਾਈ ਗੋਦੜੀਆ ਜੀ। ਹਾਂਜੀ, ਜਿਸ ਕੇ ਕੰਧ ਚੜ੍ਹੇ ਜਬ ਚਾਲੇ। ਤੇ ਜਿਸ ਤਿਸ ਕੇ ਕੰਧ ਚੜ੍ਹੇ ਜਬ ਚਾਲੇ। ਜਦੋਂ ਬਾਬਾ ਜੀ ਚੱਲਦੇ ਸਨ, ਕਿਤੇ ਜਾਂਦੇ ਸਨ ਨਾ, ਤੇ ਗੋਦੜੀਆ ਜੀ ਦੇ ਕੰਢਾਰੇ ਮੋਢਿਆਂ ਤੇ ਬਹਿ ਕੇ ਚੱਲ ਜਾਂਦੇ ਸਨ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਕੋਈ ਸੰਦ ਨਹੀਂ ਰੱਖਿਆ, ਘੋੜਾ ਘੋੜੀ ਰੱਖਿਆ ਨਹੀਂ ਸੀ, ਮੌਜੀ ਸਨ ਬਾਬਾ ਸ੍ਰੀ ਚੰਦ ਦੀ। ਸਾਧ ਸੰਗਤ ਜੀ, ਮਹਾਂਪੁਰਖਾਂ ਦੀ ਮੌਜ ਹੀ ਹੁੰਦੀ ਹੈ। ਸੋ ਬਾਬਾ ਜੀ ਆਪਣੇ ਸੇਵਕ ਦੇ ਮੋਢਿਆਂ ਦੇ ਉੱਤੇ ਚੜ ਕੇ ਜਾਂਦੇ ਸਨ। ਨਾਹੇ ਤਾਂ ਟਿਕੇ ਰਹਿ ਨਿਜ ਥਾਨ। ਨਹੀਂ ਤੇ ਇੱਕ ਥਾਂ ਤੇ ਟਿਕੇ ਰਹਿਣਾ ਜੀ। ਹਾਂਜੀ, ਸਦਾ ਲਗਾਏ ਰਾਖੇ ਧਿਆਨ। ਸਦਾ ਵਾਹਿਗੁਰੂ ਦੇ ਵਿੱਚ ਧਿਆਨ ਲਾ ਕੇ ਰੱਖਣਾ ਉਹਨਾਂ ਨੇ ਆਪਣਾ। ਹਾਂਜੀ, ਤਿਸ ਪਰ ਚੜ ਲਵਪੁਰੀ ਸਿਧਾਰੇ। ਤੇ ਲਓ ਫਿਰ ਜਹਾਂਗੀਰ ਦੀਆਂ ਬੜੀਆਂ ਹੀ ਬੇਨਤੀਆਂ ਆਈਆਂ ਜੀ, ਬੜੀਆਂ ਹੀ ਬੇਨਤੀਆਂ ਆਈਆਂ। ਤੇ ਜਹਾਂਗੀਰ ਸਾਧ ਸੰਗਤ ਉਦੋਂ ਲਾਹੌਰ ਵਿੱਚ ਸੀ। ਇੱਥੋਂ 30 ਮੀਲ ਹੈ ਸਾਰਾ ਲਾਹੌਰ ਜੀ। ਉਦੋਂ ਲਾਹੌਰ ਵਿੱਚ ਸੀ ਤੇ ਬਾਬਾ ਜੀ ਬਾਬਾ ਸ੍ਰੀ ਚੰਦ ਜੀ ਬਾਠ ਸਾਹਿਬ ਰਹਿੰਦੇ ਹੁੰਦੇ ਸੀਗੇ ਜੀ। ਉਥੋਂ ਭਾਈ ਗੋਦੜੀਆ ਜੀ ਦੇ ਮੋਢੇ ਤੇ ਚੜੇ ਤੇ ਸਾਧ ਸੰਗਤ ਜੀ ਲਾਹੌਰ ਨੂੰ ਚਾਲਾ ਪਾਇਆ ਜੀ ਉਹਨਾਂ ਨੇ। ਹਾਂ, ਸਨੈ ਸਨੈ ਤਹਿ ਪਹੁੰਚ ਸੁਖਾਰੇ। ਹੌਲੀ 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 ਚਲਦਿਆਂ ਪਹੁੰਚ ਗਏ ਜੀ ਉੱਥੇ, ਸੰਗਤਾਂ ਨੂੰ ਦਰਸ਼ਨ ਦਿੰਦੇ ਆ। ਬਾਬਾ ਜੀ ਦੇ ਚਿਹਰੇ ਤੇ ਬੜਾ ਜਲਾਲ ਸੀਗਾ ਨਾਮ ਦਾ ਜੀ, ਬੜਾ ਪ੍ਰਤਾਪ ਸੀਗਾ ਜੀ। ਇਹ ਰਾਮ ਕੋਇਰ ਦੀ ਕਥਾ ਸੁਣਾ ਰਹੇ ਹੈ। ਹਾਂਜੀ, ਇੱਕ ਦਿਨ ਡੇਰਾ ਤਹਾਂ ਟਿਕਾਏ। ਇੱਕ ਦਿਨ ਫਿਰ
ਲਾਹੌਰ ਵਿੱਚ ਜਦੋਂ ਪਹੁੰਚੇ ਆ ਤੇ ਉੱਥੇ ਡੇਰਾ ਕੀਤਾ ਇੱਕ ਦਿਨ ਲਈ। ਹਾਂਜੀ। ਪੁਨ ਤੁਰਕੇਸ਼ਵਰ ਨਿਕਟ ਬੁਲਾਏ। ਫਿਰ ਜਹਾਂਗੀਰ ਨੂੰ ਪਤਾ ਲੱਗਾ, ਜਹਾਂਗੀਰ ਨੇ ਬੜੇ ਸਨਮਾਨ ਨਾਲ ਬਾਬਾ ਸ੍ਰੀ ਚੰਦ ਜੀ ਨੂੰ ਆਪਣੇ ਮਹਿਲ ਵਿੱਚ ਸੱਦਿਆ ਜੀ। ਹਾਂਜੀ। ਜਨ ਗੋਦੜੀਏ ਪਰ ਆਰੂੜ। ਪਰ ਬਾਬਾ ਜੀ ਕਿਹਦੇ ਤੇ ਆਏ ਜੀ? ਆਪਣੇ ਸੇਵਕ ਦੇ ਮੋਢੇ ਤੇ ਚੜ ਕੇ, ਮੋਢਿਆਂ ਤੇ ਚੜ ਕੇ, ਭਾਈ ਗੋਦੜੀਆ ਜੀ ਦੇ। ਹਾਂਜੀ। ਪਹੁੰਚੇ ਤਹ ਆਸ਼ੇ ਜਿਨ ਗੂੜ। ਬੜੇ ਗੂੜੇ ਆਸ਼ੇ ਵਾਲੇ ਜੀ, ਬੜੇ ਪੱਕੇ ਇਰਾਦੇ ਵਾਲੇ ਬਾਬਾ ਜੀ ਫਿਰ ਉੱਥੇ ਪਹੁੰਚੇ ਜੀ। ਹਾਂਜੀ। ਪਹੁੰਚ ਤੀਰ ਜਬ ਸਨਮੁਖ ਦੀਖਾ। ਹਾਂਜੀ। ਤਹ ਉਤਰੇ ਤਨ ਸ਼ੰਭੂ ਸਰੀਖਾ। ਤੇ ਜਦੋਂ ਸਾਹਮਣੇ ਵੇਖਿਆ ਵੀ ਜਹਾਂਗੀਰ ਆ ਗਿਆ, ਜਹਾਂਗੀਰ ਦੇ ਥਾਂ ਤੇ ਪਹੁੰਚ ਗਏ ਆ, ਤੇ ਬਾਬਾ ਜੀ ਨੇ ਸਾਧ ਸੰਗਤ ਜੀ ਸਰੀਰ ਜਿਹੜਾ ਉਹ ਹੇਠਾਂ ਆਪਣਾ ਉਤਾਰ ਲਿਆ। ਤੇ ਬਾਦਸ਼ਾਹ ਨੂੰ ਪਤਾ ਕੀ ਨਜ਼ਰ ਆਇਆ ਜੀ? ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਬੜੇ ਵੱਡੇ ਜੋਗੀ ਨਜ਼ਰ ਆਏ, ਜਿਵੇਂ ਸ਼ਿਵ ਜੀ ਮਹਾਰਾਜ ਹੋਣ ਜੀ। ਹੁਣ ਇੱਥੇ ਕੋਈ ਤਰਕ ਨਾ ਕਰਨ ਲੱਗ ਪਿਓ, ਇਹ ਕੋਈ ਆਪਣੀ ਖੇਡ ਹੀ ਸੀਗੀ ਜੀ। ਹਾਂਜੀ। ਤਨ ਪਰ ਕੀ ਖਿੰਥਾ ਸੋ ਉਤਾਰੀ। ਤੇ ਬਾਬਾ ਜੀ ਨੇ ਮੋਢੇ ਤੋਂ ਆਪਣੀ ਗੋਦੜੀ ਲਾਈ ਜੀ। ਹਾਂਜੀ। ਧਰੀ ਤਹਾਂ ਜਹ ਪਰਹਿ ਨਿਹਾਰੀ। ਤੇ ਉਹ ਗੋਦੜੀ ਸਾਹਮਣੇ ਰੱਖ ਲਈ ਵੀ ਗੋਦੜੀ ਵੇਖਦੀ ਰਹੇ ਬਾਬਾ ਸ੍ਰੀ ਚੰਦ ਜੀ ਨੂੰ ਜੀ। ਉਸ ਹਿਸਾਬ ਨਾਲ ਬਾਬਾ ਸ੍ਰੀ ਚੰਦ ਜੀ ਨੇ ਆਪਣੇ ਸਾਹਮਣੇ ਗੋਦੜੀ ਰੱਖ ਲਈ ਜੀ। ਗੋਦੜੀ ਸਮਝਦੇ ਨਾ ਤੁਸੀਂ? ਇੱਕ ਝੋਲਾ ਹੁੰਦਾ ਫਕੀਰਾਂ ਕੋਲ ਜੀ, ਉਹਨੂੰ ਗੋਦੜੀ ਕਹਿੰਦੇ ਆ। ਹਾਂਜੀ। ਬਿਰਧ ਅਵਸਥਾ ਤਬ ਚੱਲ ਗਏ। ਹਾਂਜੀ। ਸਾਦਰ ਬੋਲ ਬਿਠਾਵਤ ਭਏ। ਹੁਣ ਬਜ਼ੁਰਗੀ ਦੀ ਅਵਸਥਾ ਹੈ। ਜਹਾਂਗੀਰ ਨੇ ਬੜੇ ਸਤਿਕਾਰ ਨਾਲ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੱਡੇ ਪੁੱਤਰ ਜਾਣ ਕੇ, ਵੱਡੇ ਮਹਾਂਪੁਰਖ ਜਾਣ ਕੇ ਉੱਚੀ ਥਾਂ ਤੇ ਬਿਠਾਇਆ ਜੀ। ਹਾਂਜੀ। ਕਰਿਓ ਪਰਸਪਰ ਬਾਕ ਵਿਸਾਲ। ਤੇ ਸਾਧ ਸੰਗਤ ਫਿਰ ਸਹਿਜ ਸੁਭਾਅ ਬਚਨ ਵਿਲਾਸ ਚੱਲੇ ਜੀ, ਬਚਨ ਵਿਲਾਸ। ਹਾਂਜੀ। ਉਤਰ ਉਚਿਤ ਦਿਏ ਤਿਸ ਪਾਸ। ਤੇ ਜੋ ਜਹਾਂਗੀਰ ਪੁੱਛਦਾ ਬਾਬਾ ਜੀ ਉਹਦਾ ਢੁਕਮਾ ਉੱਤਰ ਦਿੰਦੇ ਜੀ। ਹਾਂਜੀ। ਪੁਨ ਤੁਰਕੇਸ਼ ਬਿਲੋਕਨ ਕਰੀ। ਗੱਲਾਂ ਕਰਦਿਆਂ ਕਰਦਿਆਂ ਜਹਾਂਗੀਰ ਦਾ ਧਿਆਨ ਪਿਆ ਜੀ। ਵੇਖੋ ਸਾਹਮਣੇ ਉੱਚੀ ਥਾਂ ਤੇ ਬਾਬਾ ਸ੍ਰੀ ਚੰਦ ਜੀ ਬੈਠੇ ਹੈ, ਇੱਕ ਬੰਨੇ ਜਹਾਂਗੀਰ ਬੈਠਾ ਹੈ, ਸਾਹਮਣੇ ਇਸ ਪਾਸੇ ਗੋਦੜੀ ਰੱਖੀ ਹੈ। ਗੱਲਾਂ ਕਰਦਿਆਂ ਕਰਦਿਆਂ ਜਹਾਂਗੀਰ ਦਾ ਧਿਆਨ ਪਿਆ ਜੀ। ਹਾਂਜੀ। ਖਿੰਥਾ ਬਹੁ ਕੰਪਤ ਜਹ ਧਰੀ। ਵੀ ਉਹ ਖਿੰਥਾ ਹੈ ਨਾ ਜਿਹੜੀ ਗੋਦੜੀ ਬਾਬਾ ਜੀ ਦੀ, ਝੋਲਾ, ਉਹ ਕੰਬ ਬੜਾ ਰਿਹਾ, ਜਿਵੇਂ ਉਹਦੇ 'ਚ ਕੋਈ ਵਸਤੂ ਹੈ ਤਾਂ ਹਿੱਲਦਾ ਹੀ ਹੈ ਲਗਾਤਾਰ। ਹਾਂਜੀ। ਇਤ ਉਤ ਚਲਹਿ ਉਠੇ ਗਿਰ ਧਰਨੀ। ਵੀ ਜਿਵੇਂ ਉਹ ਵਸਤੂ ਹੈ ਥੋੜੀ ਜਿਹੀ ਚੱਲਦੀ ਹੈ ਫਿਰ ਡਿੱਗ ਜਾਂਦੀ ਹੈ, ਹਿੱਲਦੀ ਡੁੱਲਦੀ ਹੈ, ਉੱਠਦੀ ਹੈ, ਬੈਠਦੀ ਹੈ, ਡਿੱਗਦੀ ਹੈ। ਜਹਾਂਗੀਰ ਇਹ ਵੇਖਣ ਦਿਆ ਸਾਰਾ ਕੁਝ। ਹਾਂਜੀ। ਕਬ ਇਕਠੀ ਕਬ ਹੋਏ ਪਸਰਨੀ। ਕਦੀ ਗੋਦੜੀ ਇਕੱਠੀ ਜੀ ਹੋ ਜਾਂਦੀ ਹੈ, ਕਦੀ ਫੈਲ ਜਾਂਦੀ ਹੈ ਬੜੀ, ਵੀ ਜਿਵੇਂ ਕੋਈ ਜਾਨਵਰ ਹੈ ਵਿੱਚ। ਹਾਂਜੀ। ਕਬ ਉੱਚੇ ਹੋਏ ਲੈ ਅੰਗਰਾਈ। ਕਦੀ ਇੰਜ ਲੱਗਦਾ ਜਿਵੇਂ ਉੱਚੀਆ ਹੋ ਕੇ ਕੋਈ ਅੰਗੜਾਈ ਨਹੀਂ ਲੈਂਦਾ, ਇੰਜ ਲੱਗਦਾ ਵੀ ਗੋਦੜੀ 'ਚ ਕੋਈ ਅੰਗੜਾਈ ਲੈ ਰਿਹਾ। ਹਾਂਜੀ। ਕਬਹਿ ਜੰਭਾਈ ਕੀ ਸਮਤਾਈ। ਤੇ ਕਦੀ ਸਾਧ ਸੰਗਤ ਇੰਜ ਜਾਪੇ ਜਿਵੇਂ ਵਿੱਚ ਉਬਾਸੀਆਂ ਕੋਈ ਲੈ ਰਿਹਾ ਹੈ। ਹਾਂਜੀ। ਕੰਪਤ ਖਿੰਥਾ ਪਿਖ ਬਿਸਮਾਇਓ। ਉਹ ਜਹਾਂਗੀਰ ਦਾ ਬਾਬਾ ਜੀ ਵਾਲੇ ਪਾਸਿਓਂ ਤੇ ਧਿਆਨ ਹਟ ਗਿਆ ਤੇ ਬਾਬਾ ਜੀ ਦੀ ਗੋਦੜੀ ਵੱਲ ਧਿਆਨ ਚਲੇ ਗਿਆ ਜੀ। ਹਾਂਜੀ। ਹਿਤ ਬੂਜਨ ਤੁਰਕੇਸ਼ ਅਲਾਇਓ। ਤੇ ਬਾਬਾ ਜੀ ਨੂੰ ਪੁੱਛਣ ਵਾਸਤੇ ਨਾ ਜਹਾਂਗੀਰ ਇਹ ਗੱਲ ਕਹਿਣ ਲੱਗਾ। ਹਾਂਜੀ। ਤਰੈ ਗੋਦੜੀ ਕਿਆ ਤਜ ਆਏ। ਕਹਿਣ ਲੱਗੇ ਜੀ ਇਹ ਗੋਦੜੀ ਦੇ ਵਿੱਚ ਕੀ ਪਿਆ? ਹਾਂਜੀ। ਇਤ ਉਤ ਹੋਤ ਬਿਕੁਲ ਅਕੁਲਾਏ। ਇਹ ਬੜਾ ਇੱਧਰ ਉੱਧਰ ਹੋ ਰਿਹਾ, ਜਿਵੇਂ ਬੜਾ ਵਿਲਕਣ ਦਿਆ, ਬੜਾ ਦੁਖੀ ਹੋ ਰਿਹਾ। ਗੋਦੜੀ 'ਚ ਕਿਹੜੀ ਚੀਜ਼ ਹੈ ਇਹੋ ਜੀ ਬਾਬਾ ਜੀ? ਹਾਂਜੀ। ਸੁਨਤ ਕਹਿਓ ਸ਼੍ਰੀ ਨਾਨਕ ਨੰਦ। ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨੰਦ ਸਪੁੱਤਰ ਬਾਬਾ ਜੀ, ਬਾਬਾ ਸ੍ਰੀ ਚੰਦ ਜੀ ਜਹਾਂਗੀਰ ਨੂੰ ਕਹਿਣ ਲੱਗੇ, ਦਰਵੇਸ਼ਨ ਕੇ ਖਿਆਲ ਬਿਲੰਦ। ਕਹਿੰਦੇ ਜਹਾਂਗੀਰ ਛੱਡ ਹਾਂ ਤੂੰ ਇਹੋ ਜੀਆਂ ਗੱਲਾਂ, ਤੂੰ ਕੀ ਕਰਨਾ? ਦਰਵੇਸ਼ਾਂ ਦੇ ਖਿਆਲ ਬੜੇ ਉੱਚੇ ਹੁੰਦੇ ਆ। ਹਾਂਜੀ।
ਇਨਕੋ ਅੰਤ ਲੈਨ ਭਲ ਨਾਹੀ। ਦਰਵੇਸ਼ਾਂ ਦਾ ਅੰਤ ਨਹੀਂ ਲੈਣਾ ਚਾਹੀਦਾ। ਕਈ ਬੰਦੇ ਮਹਾਂਪੁਰਖਾਂ ਕੋ ਜਾਣਗੇ, ਗੁਰਸਿੱਖਾਂ ਕੋ ਜਾਣਗੇ, ਉਹਨਾਂ ਨੂੰ ਪੁੱਛੀ ਜਾਣਗੇ ਦੱਸੋ ਜੀ ਆਪਣੇ ਬਾਰੇ ਕੁਝ ਦੱਸੋ। ਇਹ ਅਗਲੇ ਦਾ ਅੰਤ ਲੈਣਾ ਹੁੰਦਾ। ਬਾਬਾ ਜੀ ਦਾ ਬਚਨ ਹੈ, ਇਹਨੂੰ ਪੱਲੇ ਬੰਨਿਓ। ਕਹਿੰਦੇ ਦਰਵੇਸ਼ਾਂ ਦਾ ਅੰਤ ਨਹੀਂ ਲਈਦਾ, ਇਹ ਗੱਲ ਚੰਗੀ ਨਹੀਂ ਹੈ। ਹਾਂਜੀ, ਨੀਕੀ ਜਿਤਕ ਸੇਵ ਬਨ ਜਾਹੀ। ਨੀਕੀ ਜਿਤਕ ਸੇਵ ਬਨ ਜਾਹੀ। ਜਿੰਨੀ ਸੇਵਾ ਹੋ ਸਕੇ ਓਨੀ ਸੇਵਾ ਕਰੀਏ ਤੇ ਇਹੋ ਹੀ ਚੰਗਾ ਹੈ। ਦਰਵੇਸ਼ਾਂ ਦੀ ਸੇਵਾ ਹੀ ਕਰਨੀ ਚਾਹੀਦੀ ਹੈ। ਹਾਂਜੀ, ਕੋਈ ਕਿਮ ਵਰਤੈ ਕਿਮ ਹੋਏ। ਕੋਈ ਕਿਸ ਤਰ੍ਹਾਂ ਵਰਤਦਾ, ਕੋਈ ਕਿਸ ਤਰ੍ਹਾਂ ਵਰਤਦਾ। ਹਾਂਜੀ, ਨਿਤ ਖੁਦਾਏ ਕੇ ਸਨਮੁਖ ਹੋਏ। ਪਰ ਦਰਵੇਸ਼ ਜੋ ਕਰਦੇ ਖੁਦਾ ਨੂੰ ਪਤਾ ਹੁੰਦਾ ਹੈ। ਬਾਬਾ ਜੀ ਉਹਦੀ ਭਾਸ਼ਾ 'ਚ ਉਹ ਮੁਸਲਮਾਨ ਹੈ ਨਾ, ਤੇ ਫਿਰ ਕਹਿੰਦੇ ਖੁਦਾ ਨੂੰ ਪਤਾ ਹੁੰਦਾ ਹੈ। ਹਾਂਜੀ, ਜਹਾਂਗੀਰ ਨੇ ਪੁਨਹ ਬਖਾਨਾ। ਪਰ ਜਹਾਂਗੀਰ ਨਾ ਟਲਿਆ ਜੀ। ਜਹਾਂਗੀਰ ਫਿਰ ਕਹਿਣ ਲੱਗਾ, ਮੋਹੇ ਦਿਖਾਵੋ ਕਿਰਪਾ ਨਿਧਾਨ। ਕਹਿੰਦਾ ਬਾਬਾ ਜੀ ਕਿਰਪਾ ਕਰੋ, ਹਾਂ ਵਿਖਾ ਹੀ ਦਿਓ, ਹਾਂ ਵਿੱਚ ਕੀ ਹੈ। ਹਾਂਜੀ, ਅਚਰਜ ਬਰਤਤ ਹੈ ਮਨ ਮੇਰੇ ਮਨ ਵਿੱਚ ਬਸ ਹੈਰਾਨੀ ਅਚਰਜਤਾ ਲੱਗੀ ਹੋਈ ਹੈ। ਹਾਂਜੀ, ਖਿੰਥਾ ਕੰਪਤ ਪਰ ਹੀ ਹੀਰੇ। ਵੀ ਇਸ ਗੋਦੜੀ 'ਚ ਹੈ ਕੁਝ ਜਿਹੜਾ ਕੰਬ ਰਿਹਾ। ਹਾਂਜੀ, ਅਪਰ ਨਹੀਂ ਕਛ ਜਾਣਿਓ ਜਾਏ। ਹੋਰ ਤੇ ਕੁਝ ਜਾਣਿਆ ਨਹੀਂ ਜਾਂਦਾ। ਹਾਂਜੀ, ਕਿਆ ਇਸ ਵਿਖੇ ਰਹਿਓ ਦੁੱਖ ਪਾਏ। ਪਰ ਇਹ ਹੈ ਵੀ ਜਿਹੜੀ ਚੀਜ਼ ਇਹਦੇ ਵਿੱਚ ਹੈ ਦੁਖੀ ਬੜੀ ਹੈ ਉਹ। ਹਾਂਜੀ, ਸ਼੍ਰੀ ਚੰਦ ਜੀ ਤਬਹਿ ਬੁਲਾਇਓ। ਤੇ ਸਾਧ ਸੰਗਤ ਜੀ ਸ੍ਰੀ ਚੰਦ ਜੀ ਨੇ ਫਿਰ ਉਹ ਜਿਹੜੀ ਵਿਚਲੀ ਵਸਤੂ ਸੀ ਨਾ ਉਹਨੂੰ ਆਵਾਜ਼ ਮਾਰੀ ਦੀ, ਫਿਰ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਆਵਹੁ ਖਿੰਥਾ ਮਹਿ ਜੋ ਟਿਕਾਇਓ। ਮਹਾਰਾਜ ਕਹਿਣ ਲੱਗੇ ਆ ਜਾ। ਜਿਹਨੂੰ ਵਿੱਚ ਟਿਕਾਇਆ ਉਹਨੂੰ ਆਵਾਜ਼ ਮਾਰ ਕੇ ਕਹਿੰਦੇ ਆ ਜਾ ਬਾਹਰ ਆ ਜਾ ਹੁਣ। ਹਾਂਜੀ, ਤੁਰ ਕੇਸ਼ਰ ਕੋ ਆਪਨੋ ਆਪ। ਤੂੰ ਕੌਣ ਹੈ? ਆਪਣਾ ਆਪ ਆ ਬਾਦਸ਼ਾਹ ਨੂੰ ਦੱਸੀ ਜਰਾ। ਹਾਂਜੀ, ਕਰਹੋ ਦਿਖਾਵਨ ਸਹਿਤ ਪ੍ਰਤਾਪ। ਤੇ ਪੂਰਾ ਪ੍ਰਤਾਪ ਵਿਖਾਈ, ਜਾਹੋ ਜਲ ਵਿਖਾਈ ਜੋ ਤੂੰ ਹੈ। ਹਾਂਜੀ, ਹੁਤੋ ਗੋਦਰੀ ਮਹਿ ਜੁਰ ਭਾਰਾ। ਤੇ ਸਾਧ ਸੰਗਤ ਜੀ ਉਸ ਗੋਦੜੀ ਵਿੱਚ ਮਲੇਰੀਆ ਤੜਪ ਰਿਹਾ ਸੀਗਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਹ ਹਵਾ ਹੀ ਹੈ, ਟੈਂਪਰੇਚਰ ਹੈ, ਉਹ ਤੜਪਣ ਦਿਆ ਸੀਗਾ ਵਿੱਚ। ਇਹ ਮਹਾਂਪੁਰਖਾਂ ਦੀਆਂ ਗੱਲਾਂ, ਰੱਬ ਦੇ ਪਿਆਰੀਆਂ ਦੀਆਂ, ਉਹ ਹੀ ਜਾਣ ਸਕਦੇ ਆ। ਸਾਡੀ ਤੁਹਾਡੀ ਇੱਥੇ ਬੁੱਧੀ ਨਹੀਂ ਪਹੁੰਚਦੀ, ਕਿਉਂ ਅਸੀਂ ਉਹ ਮੰਨਦੇ ਜੋ ਹੁੰਦਾ ਹੈ, ਜੋ ਨਹੀਂ ਹੁੰਦਾ ਉਹ ਸਾਨੂੰ ਪਤਾ ਨਹੀਂ, ਪਰ ਜੋ ਨਹੀਂ ਹੁੰਦਾ ਉਹ ਵੀ ਹੁੰਦਾ ਗੁਰੂ ਘਰ ਵਿੱਚ। ਸੋ ਗੋਦੜੀਏ ਵਾਹਿਗੁਰੂ ਗੋਦੜੀ ਦੇ ਵਿੱਚ ਭਾਰੀ ਮਲੇਰੀਆ ਤਾਪ ਬੰਦ ਕੀਤਾ ਸੀਗਾ। ਹਾਂਜੀ, ਸ਼੍ਰੀ ਗੁਰ ਸੁਤ ਨੇ ਜਬਹਿ ਹਕਾਰਾ। ਤੇ ਜਦੋਂ ਬਾਬਾ ਜੀ ਨੇ ਸੱਦਿਆ ਨਾ ਉਹਨੂੰ ਵੀ ਆ ਜਾ। ਹਾਂਜੀ, ਜਹਾਂਗੀਰ ਕਹੋ ਆਨ ਚੜਿਓ ਹੈ। ਬਸ ਉਸੇ ਵੇਲੇ ਉਹ ਹਵਾ ਨਿਕਲੀ ਜੀ, ਤਾਪ ਨਿਕਲਿਆ, ਵਿੱਚੋਂ ਨਿਕਲ ਕੇ ਸਿੱਧਾ ਹੀ ਜਾ ਕੇ ਜਹਾਂਗੀਰ ਨੂੰ ਚੰਬੜ ਗਿਆ। ਸ਼ੁਸ਼ਕ ਭਇਓ ਮੁਖ ਕੰਪ ਬੜਿਓ ਹੈ। ਬਸ ਉਸੇ ਵੇਲੇ ਸਾਧ ਸੰਗਤ ਜੀ ਜਹਾਂਗੀਰ ਦੇ ਸਰੀਰ 'ਚ ਪੈ ਗਈ ਗਰਮੀ। ਥੁੱਕ ਸੁੱਕ ਗਿਆ, ਮੂੰਹ ਸੁੱਕ ਗਿਆ, ਤੇ ਬਾਅਦ ਵਿੱਚ ਸਰੀਰ ਕੰਬਣ ਲੱਗ ਪਿਆ ਜੀ। ਇੱਕਦਮ ਜਹਾਂਗੀਰ ਨਾਲ ਹੋਣਾ ਸ਼ੁਰੂ ਹੋ ਗਿਆ ਜੀ। ਹਾਂਜੀ, ਤਨ ਰਮੋਂਚ ਲੋਚਨ ਭੇ ਲਾਲ। ਸਰੀਰ ਦੇ ਲੂੰ ਕੰਡੇ ਖੜੇ ਹੋ ਗਏ, ਅੱਖਾਂ ਲਾਲ ਹੋ ਗਈਆਂ। ਤਪਤਿਓ ਪੀਰਾ ਬੜੀ ਵਿਸਾਲ। ਬਸ ਹੱਡ ਪੈਰ ਟੁੱਟਣ ਲੱਗ ਪਏ, ਪੀੜ ਹੀ ਇੰਨੀ ਹੋਣ ਲੱਗ ਪਈ ਜੀ। ਹਾਂਜੀ, ਹਾਡ ਫੋਰਨੀ ਸਿਰ ਮੈਂ ਬਿਰਥਾ। ਤੇ ਸਾਧ ਸੰਗਤ ਜੀ ਹਾਲਤ ਇੰਨੀ ਮਾੜੀ ਹੋ ਗਈ ਕਿ ਉਹਨੂੰ ਇਉਂ ਲੱਗਦਾ ਵੀ ਮੇਰਾ ਹੱਡ ਟੁੱਟਣ ਦੇ। ਹਾਂਜੀ, ਭਇਓ ਬੇਹਾਲ ਮ੍ਰਿਤਕ ਹੋਏ ਜਥਾ। ਬਸ ਜਹਾਂਗੀਰ ਨੂੰ ਪਤਾ ਕੀ ਲੱਗ ਰਿਹਾ ਵੀ ਮੈਂ ਮਾਰੀ ਚੱਲਾਂ, ਮੈਂ ਮਾਰੀ ਚੱਲਾਂ। ਮਲੇਰੀਆ ਚੜ ਗਿਆ ਜੀ ਉਹਨੂੰ। ਹਾਂਜੀ, ਹਾਥ ਜੋਰ ਕਹਿ ਮੋਹੇ ਨਾ ਤੇ ਦਿਖਾਵੋ। ਹੁਣ ਨਾ ਬਾਬਾ ਜੀ ਨੇ ਤਾਂ ਪਹਿਲਾਂ ਹੀ ਕਿਹਾ ਸੀ ਵੀ ਨਾ ਲੈ ਪੰਗਾ, ਤੇ ਹੁਣ ਜਹਾਂਗੀਰ ਹੱਥ ਜੋੜ ਕੇ ਕਹਿੰਦਾ ਜੀ ਮੈਨੂੰ ਨਾ ਵਿਖਾਓ ਇਹ ਕੀ ਹੈ। ਹਾਂਜੀ, ਮਹਾ ਦੁਖਦ ਕਾਓ ਸ਼ੀਘਰ ਹਟਾਵੋ। ਇਹ ਵੱਡੇ ਦੁੱਖ ਨੂੰ ਛੇਤੀ ਦੂਰ ਕਰ ਦਿਓ। ਨਾਹੇ ਤਾਂ ਪ੍ਰਾਨ ਹਾਨ ਹੋਏ ਮੇਰੇ। ਕਹਿਣ ਲੱਗਾ ਨਹੀਂ ਤੇ ਮੈਂ ਮਾਰੀ ਨਾ ਜਾਵਾਂ ਕਿਤੇ, ਮੈਂ ਮਾਰੀ ਨਾ ਜਾਵਾਂ। ਹਾਂਜੀ,
ਤੁਮ ਸਮਰੱਥ ਸਭ ਰੀਤ ਵਡੇਰੇ। ਇਹ ਤੁਸੀਂ ਸਮਰੱਥ ਚ ਵੱਡੇ ਚ ਅਸੀਂ ਤੇ ਛੋਟੇ ਆ, ਇਹਨੂੰ ਲਾਓ ਕਹਿੰਦਾ ਛੇਤੀ। ਹਾਂਜੀ, ਬਿਨੈ ਸੁਨਤ ਗੁਰ ਪੁੱਤਰ ਉਚਾਰਾ। ਜਦੋਂ ਉਹਨੇ ਬੇਨਤੀ ਕੀਤੀ ਤੇ ਬਾਬਾ ਜੀ ਨੇ ਫਿਰ ਆਖਿਆ ਜੀ ਮਲੇਰੀਏ ਨੂੰ, ਹਾਂਜੀ, ਹਟ ਪ੍ਰਵਿਸ਼ ਹੋ ਤਿਸ ਖਿੰਥ ਮਝਾਰਾ। ਕਹਿੰਦੇ ਚੱਲ ਭਾਈ, ਚੱਲ ਖਿੰਥਾ ਚ, ਗੋਦੜੀ ਚ ਚੱਲ ਵਾਪਸ। ਹਾਂਜੀ, ਤਿਸ ਤੇ ਉਤਰ ਗਇਓ ਤਤਕਾਲਾ। ਬਸ ਉਸੇ ਵੇਲੇ ਜਹਾਂਗੀਰ ਤੋਂ ਉਹ ਤਾਪ ਉਤਰ ਗਿਆ ਜੀ। ਹਾਂਜੀ, ਲੱਗੀ ਹਲਨ ਗੋਦਰੀ ਵਿਸਾਲਾ। ਤੇ ਉਹ ਮੁੜ ਗੋਦੜੀ ਚ, ਤੇ ਗੋਦੜੀ ਫਿਰ ਕੰਬੇ, ਹਿੱਲੇ। ਮਤਲਬ ਜਿਵੇਂ ਉਹ ਬੰਦੇ ਨੂੰ ਹਿਲਾਉਂਦੀ ਸੀ ਨਾ, ਹੱਥ ਕੰਬਦੇ ਸੀ, ਉਵੇਂ ਹੁਣ ਉਹ ਗੋਦੜੀ ਕੰਬੇ ਜੀ। ਹਾਂਜੀ, ਜਹਾਂਗੀਰ ਪੁਨਹਿ ਸੁਨਾਇਵ। ਜਹਾਂਗੀਰ ਫਿਰ ਬਾਬਾ ਜੀ ਨੂੰ ਕਹਿਣ ਲੱਗਾ, ਹਾਂ, ਇਹ ਜੁਰ ਹਮਰੇ ਤਨ ਹਿਤ ਆਇਵ। ਵਾਹਿਗੁਰੂ, ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਬਾਬਾ ਜੀ ਜਹਾਂਗੀਰ ਨੂੰ ਕਹਿਣ ਲੱਗੇ, ਕਹਿੰਦੇ ਜਹਾਂਗੀਰ, ਇਹ ਬੁਖਾਰ ਸਾਡੇ ਸਰੀਰ ਦੇ ਨਾਲ ਹੀ ਇੱਥੇ ਆਇਆ ਸੀਗਾ, ਸਾਨੂੰ ਬੁਖਾਰ ਚੜਿਆ ਸੀਗਾ ਜਦੋਂ ਅਸੀਂ ਆਏ ਨਾ, ਸਾਡੇ ਸਰੀਰ ਤੇ ਬੁਖਾਰ ਸੀਗਾ। ਹਾਂਜੀ, ਚੜੇ ਤਾਪ ਤੇ ਹਮ ਚੱਲ ਆਏ। ਤੂੰ ਸਾਨੂੰ ਸੱਦਿਆ, ਅਸੀਂ ਉਵੇਂ ਬੁਖਾਰ ਦੇ ਚੜੇ ਚੜਾਏ ਆ ਗਏ ਜੀ। ਹਾਂਜੀ, ਤੁਮ ਸੋ ਬੋਲਣ ਹਿਤ ਤਜ ਧਾਏ। ਫਿਰ ਬੋਲੋ। ਤੁਮ ਸੋ ਬੋਲਣ ਹਿਤ ਤਜ ਥਾਏ। ਥਾਏ ਕਹਿਣ ਲੱਗੇ ਤੇਰੇ ਨਾਲ ਗੱਲਬਾਤ ਕਰਨੀ ਸੀ। ਤੁਮ ਸੋ ਬੋਲਤ, ਤੁਮ ਸੋ ਬੋਲਨ ਹਿਤ ਤਜ ਥਾਏ। ਕਹਿੰਦੇ ਤੇਰੇ ਨਾਲ ਗੱਲਬਾਤ ਕਰਨੀ ਸੀ, ਗੱਲ ਕਰਨ ਵਾਸਤੇ ਅਸੀਂ ਇਹਨੂੰ ਕਿਹਾ ਵੀ ਤੂੰ ਆਪਣੀ ਥਾਂ ਬਦਲ, ਸਾਡਾ ਸਰੀਰ ਬਦਲ ਤੇ ਗੋਦੜੀ ਵਿੱਚ ਚਲੇ ਜਾ। ਹਾਂਜੀ, ਚੜੇ ਤਾਪ ਕੇ ਸੁਨੇਬੋ ਕਹਿਬੋ। ਹਾਂਜੀ, ਹੋਤ ਨਾ ਨੀਕੇ ਤਨ ਕੋ ਦਹਿਬੋ। ਕਹਿਣ ਲੱਗੇ ਤਾਪ ਚੜਿਆ ਹੋਣਾ ਸੀ ਸਾਡੇ ਸਰੀਰ ਨੂੰ, ਤੂੰ ਸਾਨੂੰ ਗੱਲਬਾਤ ਪੁੱਛਣੀ ਸੀ, ਅਸੀਂ ਦੱਸ ਨਹੀਂ ਸਕਦੇ। ਤੇ ਬਾਕੀ ਕਿਉਂਕਿ ਇਹਨੇ ਸਰੀਰ ਨੂੰ ਤੰਗ ਕਰਨਾ ਹੈ। ਹਾਂਜੀ, ਹਮ ਅਬ ਜਾਤ ਸੋ ਲੇਹ ਸੰਭਾਰੇ। ਹਾਂਜੀ, ਤੁਰਕੇਸ਼ਵਰ ਸੁਨ ਅਚਰਜ ਧਾਰੇ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਤੇ ਬਾਬਾ ਜੀ ਨੇ ਇੱਥੋਂ ਤੱਕ ਆਖਿਆ, ਹਮ ਅਬ ਜਾਤ ਸੋ ਲੇਹ ਸੰਭਾਰੇ। ਅਸੀਂ ਜਦੋਂ ਚਲੇ ਜਾਵਾਂਗੇ ਨਾ, ਅਸੀਂ ਇਹਨੂੰ ਫਿਰ ਆਪਣੇ ਸਰੀਰ ਤੇ ਹੀ ਸਾਂਭ ਲੈਣਾ, ਸਰੀਰ ਤੇ ਹੀ ਇਹਨੂੰ ਸਾਂਭ ਲੈਣਾ। ਜਦੋਂ ਸਾਧ ਸੰਗਤ ਜੀ ਜਹਾਂਗੀਰ ਨੇ ਬਾਬਾ ਜੀ ਦੀ ਇੰਨਾ ਗੋਝ ਬਚਨ ਸੁਣਿਆ, ਹੈਰਾਨ ਹੋ ਗਿਆ ਜੀ, ਹੈਰਾਨ ਹੋ ਗਿਆ। ਇਹ ਵੀ ਕੁਛ ਹੋ ਜਾਂਦਾ ਸੋਚਦਾ ਉਹ। ਹਾਂਜੀ, ਹਿਤ ਰੁਖ ਸਦ ਬਹੁ ਭੇਟ ਮੰਗਾਈ। ਬਸ ਫਿਰ ਕੀ ਸੀ, ਉਹਨੇ ਭੇਟਾਂ ਮੰਗਵਾਈ ਜੀ, ਖੂਬ ਮਾਇਆ ਮੰਗਵਾਈ, ਸੋਨੇ ਚਾਂਦੀ ਦੇ ਸਿੱਕੇ ਮੰਗਵਾਏ। ਹਾਂਜੀ, ਗੁਰ ਸੁਤ ਲਈ ਨਾ ਤਜ ਤਿਸ ਥਾਈ। ਤੇ ਬਾਬਾ ਜੀ ਦੇ ਅੱਗੇ ਰੱਖ ਦਿੱਤੀ ਜੀ, ਬਾਬਾ ਸ੍ਰੀ ਚੰਦ ਜੀ ਦੇ ਅੱਗੇ। ਤੇ ਧੰਨ ਬਾਬਾ ਸ੍ਰੀ ਚੰਦ ਜੀ, ਵੇਖੋ ਕਿੰਨੇ ਤਿਆਗੀ। ਕੱਲੇ ਬਾਬਾ ਜੀ ਨਹੀਂ, ਪਹਿਲੇ ਪੁਰਾਤਨ ਸਿੱਖ ਸਿੰਘ ਜਿੰਨੇ ਸਨ, ਸਾਰੇ ਬੜੇ ਤਿਆਗੀ ਹੁੰਦੇ ਸਨ। ਬਾਬਾ ਜੀ ਕਹਿਣ ਲੱਗੇ, ਜਹਾਂਗੀਰ ਇਹ ਮਾਇਆ ਤੂੰ ਹੀ ਰੱਖ, ਇਹ ਭੇਟਾਵਾਂ ਤੂੰ ਹੀ ਰੱਖ। ਸਾਨੂੰ ਗੁਰੂ ਨਾਨਕ ਸਾਹਿਬ ਸਾਡੇ ਪਿਤਾ ਜੀ ਨੇ ਪਹਿਲਾਂ ਹੀ ਬੜਾ ਕੁਝ ਦਿੱਤਾ ਹੋਇਆ। ਤੇ ਸਾਧ ਸੰਗਤ ਹੋਰੀ ਜਹਾਂਗੀਰ ਦੀ ਭੇਟਾ ਨਹੀਂ ਕੋਈ ਲਈ ਬਾਬਾ ਜੀ ਨੇ, ਸਰਕਾਰੀ ਮਾਇਆ ਸੀਗੀ ਤੇ ਲੋਕਾਂ ਨੂੰ ਤੰਗ ਕਰਕੇ ਇਕੱਠੀ ਕੀਤੀ ਹੋਣੀ ਸੀਗੀ ਜੀ। ਤੇ ਉਹ ਮਾਇਆ ਨਹੀਂ ਲਈ, ਗੁਰਸੁੱਤ ਲਈ ਨਾ ਤਜ ਤਿਸ ਥਾਈ, ਉਸ ਥਾਂ ਤੇ ਰਹਿਣ ਦਿੱਤੀ ਮਹਾਰਾਜ ਜੀ ਦੇ ਸਪੁੱਤਰ ਬਾਬਾ ਜੀ, ਬਾਬਾ ਸ੍ਰੀ ਚੰਦ ਜੀ ਨੇ। ਹਾਂਜੀ, ਲੇ ਖਿੰਥਾ ਸੇਵਕ ਪਰ ਚੜੇ। ਤੇ ਫਿਰ ਆਪਣੇ ਅੰਦਾਜ਼ 'ਚ, ਆਪਣੀ ਮੌਜ 'ਚ ਉਹ ਗੋਦੜੀ ਪਾਈ ਮੋਢੇ ਤੇ ਗੋਦੜੀ ਨੂੰ ਆਖਿਆ ਚੱਲ ਭਾਈ, ਉਹਦੇ ਮੋਢਿਆਂ ਤੇ ਚੜ ਪਏ ਬਾਬਾ ਜੀ। ਹਾਂਜੀ, ਤੁਰਕੇਸ਼ਵਰ ਕੇ ਸੰਸੇ ਕੱਢੇ। ਤੇ ਤੁਰ ਕੇ ਸਰ ਕੇ ਸੰਸੇ ਕੱਢੇ। ਉਹ ਜਹਾਂਗੀਰ ਦੇ ਸਭ ਸ਼ੰਕੇ ਕੱਢ ਦਿੱਤੇ ਬਾਬਾ ਜੀ ਨੇ, ਸਭ ਸ਼ੰਕੇ ਦੂਰ ਕੀਤੇ ਬਾਬਾ ਜੀ ਨੇ। ਦੱਸਿਆ ਸਾਧੂ ਰੱਬ ਦੇ ਪਿਆਰਿਆਂ ਵਿੱਚ ਕਿੰਨੀ ਤਾਕਤ ਹੁੰਦੀ ਹੈ। ਹਾਂਜੀ, ਜਾਏ ਆਪਣੇ ਥਾਨ ਬਿਰਾਜੇ। ਮੋੜ ਆਪਣੇ ਥਾਨ ਬਿਰਾਜ ਗਏ ਬਾਠ ਸਾਹਿਬ। ਹਾਂਜੀ, ਸ਼੍ਰੀ ਚੰਦ ਰਸ ਜੋਗ ਜੋ ਪਾਗੇ। ਸੋ ਬਾਬਾ ਜੀ ਭਾਈ ਰਾਮ ਕੋਇਰ ਜੀ ਸ੍ਰੀ ਚੰਦ ਜੀ ਦੀ ਕਥਾ ਸੁਣਾ ਰਹੇ ਹੈ। ਕਹਿੰਦੇ ਇਸ ਤਰੀਕੇ ਨਾਲ ਜੋਗ ਵਿੱਚ ਸਦਾ ਆਨੰਦ ਰਹਿੰਦੇ ਸਨ, ਬੈਰਾਗੀ ਤਿਆਗੀ ਰਹਿੰਦੇ ਸਨ। ਹੁਣ ਵੇਖੋ ਨਾ ਜੀ, ਬੈਰਾਗੀ ਤਿਆਗੀ ਦੀ ਕਥਾ ਬੈਰਾਗੀ ਤਿਆਗੀ ਮਹਾਂਪੁਰਖ ਸੁਣਾ ਰਹੇ ਹੈ, ਬਾਬਾ ਰਾਮ ਕੋਇਰ ਜੀ।
ਹਾਂਜੀ। ਖਟ ਪਾਤਸ਼ਾਹੀ ਲਗ ਜਗ ਰਹੇ। 6 ਪਾਤਸ਼ਾਹੀਆਂ ਤੱਕ ਬਾਬਾ ਜੀ ਨੇ ਆਪਣਾ ਪਵਿੱਤਰ ਸਰੀਰ ਰੱਖਿਆ ਜੀ। ਹਾਂਜੀ। ਅਧਿਕ ਆਰ ਬਲ ਤਨ ਕੀ ਲਹੇ। ਸਰੀਰ ਦੀ ਵੱਡੀ ਉਮਰ ਬਾਬਾ ਜੀ ਨੇ ਭੋਗੀ ਜੀ। ਹਾਂਜੀ। ਸ਼੍ਰੀ ਗੁਰ ਹਰ ਗੋਬਿੰਦ ਕੇ ਨੰਦ। ਅੱਗੋਂ ਫਿਰ ਧੰਨ ਧੰਨ 6ਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਪੁੱਤਰ ਜਿਹੜੇ ਸਨ, ਸ਼੍ਰੀ ਬਾਬਾ ਗੁਰਦਿੱਤਾ ਚੰਦ, ਜਿਹੜਾ ਜਿਨ੍ਹਾਂ ਦਾ ਨਾਮ ਹੈ ਸ਼੍ਰੀ ਬਾਬਾ ਗੁਰਦਿੱਤਾ ਚੰਦ। ਚੰਦ ਵਰਗੇ ਧੰਨ ਧੰਨ ਬਾਬਾ ਜੀ, ਬਾਬਾ ਗੁਰਦਿੱਤਾ ਜੀ। ਹਾਂਜੀ। ਤਿਨਹੋ ਜਾਏ ਕਰ ਸੀਸ ਨਿਵਾਵਾ। ਉਹਨਾਂ ਨੇ ਸ੍ਰੀ ਚੰਦ ਜੀ ਦੇ ਅੱਗੇ ਸੀਸ ਨਿਵਾਇਆ ਜਾ ਕੇ। ਹਾਂਜੀ। ਬਿਨੈ ਠਾਨ ਬਹੁ ਭਾਵ ਵਧਾਵਾ। ਤੇ ਬੇਨਤੀ ਕੀਤੀ, ਬੜਾ ਪ੍ਰੇਮ ਵਧਿਆ ਆਪਸ ਵਿੱਚ। ਹਾਂਜੀ। ਕੁਲਹਿ ਉਤਾਰ ਤਬਹਿ ਨਿਜ ਸਿਰ ਤੇ। ਅਸਲ ਵਿੱਚ 6ਵੇਂ ਪਾਤਸ਼ਾਹ ਨੇ ਪੁੱਛਿਆ ਸੀ ਵੀ ਗੁਰੂ ਕੇ ਆਂਦੇ ਕਿੰਨੇ ਪੁੱਤਰ ਨੇ? ਕਹਿਣ ਲੱਗੇ ਜੀ 5। ਕਹਿੰਦੇ ਸਾਨੂੰ ਵੀ ਕੋਈ ਦਿਓਗੇ? ਕਹਿਣ ਲੱਗੇ ਜਿਹੜਾ ਮਰਜ਼ੀ ਲੈ ਲਓ। ਕਹਿਣ ਲੱਗਿਆ ਵੱਡਾ ਦੇ ਦੇ, ਫਿਰ ਇਹ ਸਾਡਾ ਹੈ। ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸੋ ਬਾਬਾ ਸ੍ਰੀ ਵਾਹਿਗੁਰੂ ਬਾਬਾ ਗੁਰਦਿੱਤਾ ਜੀ ਨੂੰ ਦਿੱਤਾ। ਫਿਰ ਅਸਥਾਨ ਵੀ ਬਣਿਆ, ਬਾੜ ਸਾਹਿਬ ਵੀ ਬਣਿਆ, ਤੇ ਕੀਰਤਪੁਰ ਸਾਹਿਬ ਵੀ ਬਾਬਾ ਸ੍ਰੀ ਚੰਦਰ ਜੀ ਦਾ ਅਸਥਾਨ ਬਣਿਆ ਸਾਧ ਸੰਗਤ ਜੀ, ਜਿੱਥੇ ਬਾਬਾ ਗੁਰਦਿੱਤਾ ਜੀ ਦਾ ਤੇ ਬਾਬਾ ਸ੍ਰੀ ਚੰਦ ਜੀ ਦਾ ਮਿਲਾਪ ਵੀ ਹੋਇਆ ਸੀਗਾ ਤੇ ਵਡਿਆਈ ਵੀ ਦਿੱਤੀ ਸੀ ਆ ਕੇ। ਸੋ ਬਾਬਾ ਜੀ ਨੇ ਆਪਣੇ ਸਿਰ ਤੋਂ ਉਸ ਸਮੇਂ ਸੇਲੀ ਟੋਪੀ ਪਹਿਨੀ ਸੀ, ਲੰਮੀ ਸੇਲੀ ਟੋਪੀ ਲਾ ਕੇ ਤਿਨ ਕੇ ਸੀਸ ਧਰੀ ਨਿਜ ਕਰ ਤੇ ਬਾਬਾ ਗੁਰਦਿੱਤਾ ਜੀ ਦੇ ਸੀਸ ਤੇ ਧਰ ਦਿੱਤੀ। ਆਖਿਆ ਇਹ ਅੱਜ ਤੋਂ ਬਾਅਦ ਬਾਬੇ ਦਾ ਹੈ। ਹਾਂਜੀ। ਆਪਨ ਸਥਾਨ ਥਾਪ ਕਰ ਆਪ। ਆਪਣੀ ਥਾਂ ਤੇ ਥਾਪਿਆ ਬਾਬਾ ਸ੍ਰੀ ਚੰਦ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ। ਕਰਤ ਭਏ ਦੀਰਘ ਪਰਤਾਪ। ਤੇ ਵੱਡਾ ਪ੍ਰਤਾਪ ਕਰ ਦਿੱਤਾ ਉਹਨਾਂ ਦਾ ਜੀ, ਬਾਬਾ ਗੁਰਦਿੱਤਾ ਜੀ ਦਾ। ਤੇ ਬਾਬਾ ਗੁਰਦਿੱਤਾ ਜੀ ਉਦਾਸੀਨ ਸੰਪਰਦਾ ਦੇ ਦੂਜੇ ਮਹਾਂਪੁਰਖ ਹੋਏ ਆ। ਹਾਂਜੀ। ਸ਼੍ਰੀ ਬਾਬਾ ਗੁਰਦਿੱਤਾ ਫੇਰ। ਸਰਬ ਰੀਤ ਤੇ ਭਏ ਬਡੇਰ। ਸੰਗਤਾਂ ਵਿੱਚ ਫਿਰ ਬਾਬਾ ਗੁਰਦਿੱਤਾ ਜੀ ਦਾ ਵੀ ਬੜਾ ਸਤਿਕਾਰ ਵਧਿਆ। ਹਾਂਜੀ। ਇਨਕੇ ਸਿੱਖ ਭਏ 4 ਅਗਾਰੀ। ਅੱਗੋਂ ਫਿਰ ਬਾਬਾ ਗੁਰਦਿੱਤਾ ਜੀ ਦੇ 4 ਪ੍ਰਮੁੱਖ ਚੇਲੇ ਸਨ ਜੀ। ਹਾਂਜੀ। ਜਿਨਹੋਂ ਬੈਠ ਕੀਨਸ ਤਪ ਭਾਰੀ। ਜਿਨ੍ਹਾਂ ਨੇ ਤਪੱਸਿਆ ਕੀਤੀ, ਭਜਨ ਕੀਤਾ ਬੜਾ ਵੱਡਾ। ਹਾਂਜੀ। ਦੋਹਰਾ ਬਾਲੂ ਹਸਨਾ ਫੂਲ ਪੁੰਨ ਗੋਂਦਾ ਅਰ ਅਲਮਸਤ। ਉਹਨਾਂ ਦੇ ਨਾਮ ਸੁਣ ਲਓ। 4 ਧੂਣੇ ਚੱਲੇ ਜੀ, ਸ੍ਰੀ ਉਦਾਸੀਨ ਮਹਾਂਪੁਰਖਾਂ ਦੇ 4 ਧੂਣੇ ਚੱਲੇ ਇੱਥੋਂ ਜੀ। ਭਾਈ ਬਾਲੂ ਹਸਨਾ ਜੀ, ਭਾਈ ਫੂਲ ਜੀ, ਭਾਈ ਗੋਂਦਾ ਜੀ ਤੇ ਭਾਈ ਅਲਮਸਤ ਜੀ। ਹਾਂਜੀ। ਸੁਖ ਉਦਾਸੀ ਇਹ ਭਏ ਬਹੁਰੋ ਸਾਧ ਸਮਸਤ। ਬਾਅਦ ਵਿੱਚ ਇਹ ਸਾਰੇ ਉਦਾਸੀ ਪੰਥ ਦੇ ਮੁਖੀਏ ਬਣੇ ਜੀ ਮਹਾਂਪੁਰਖ। ਹਾਂਜੀ। ਚੌਪਈ ਤਿਨ ਤੇ ਬਿਦਤਿਓ ਪੰਥ ਉਦਾਸੀ। ਇਥੋਂ ਫਿਰ ਬਾਬਾ ਸ੍ਰੀ ਚੰਦ ਜੀ ਦਾ ਪੰਥ ਤੁਰਿਆ। ਹਾਂਜੀ। ਲੱਖੋਂ ਭਏ ਕਰਹਿ ਤਪ ਰਾਸੀ। ਉਦਾਸੀ ਤਪ, ਉਦਾਸੀ ਮਤ ਚੱਲਿਆ। ਲੱਖਾਂ ਲੋਕ ਉਦਾਸੀ ਮਤ ਨੂੰ ਮੰਨਦੇ ਹਨ। ਹਾਂਜੀ। ਸ਼੍ਰੀ ਨਾਨਕ ਕੇ ਅਸ ਜੁਗ ਨੰਦਨ। ਸੋ ਇਸ ਤਰੀਕੇ ਨਾਲ ਇਹ ਕਥਾ ਸੀਗੀ ਗੁਰੂ ਨਾਨਕ ਸਾਹਿਬ ਜੀ ਦੇ ਦੋਵਾਂ ਪੁੱਤਰਾਂ ਦੀ। ਬਾਬਾ ਲਖਮੀ ਦਾਸ ਜੀ ਸਮੇਤ ਸਰੀਰ ਸੱਚਖੰਡ ਚਲੇ ਗਏ। ਬਾਬਾ ਸ੍ਰੀ ਚੰਦ ਜੀ ਨੇ ਬਾਬਾ ਲਖਮੀ ਦਾਸ ਜੀ ਦੇ ਪੁੱਤਰ ਨੂੰ ਪਾਲਿਆ। ਨਾਮ ਦੋਵੇਂ ਪ੍ਰਕਾਰ ਨਾਲ ਆਉਂਦਾ, ਲਖਮੀ ਚੰਦ ਵੀ ਆਉਂਦਾ ਸੰਗਤ ਜੀ, ਤੇ ਬਾਬਾ ਲਖਮੀ ਦਾਸ ਕਰਕੇ ਵੀ ਆਉਂਦਾ। ਧਰਮ ਚੰਦ ਜੀ ਨੂੰ ਪਾਲਿਆ। ਅੱਗੋਂ ਉਹ ਕੁੱਲ ਹੁਣ ਤੱਕ ਚੱਲ ਰਹੀ ਹੈ। ਤੇ ਮਹਾਰਾਜੇ ਰਣਜੀਤ ਸਿੰਘ ਦੀ ਬਰਸੀ ਦਾ ਵੀ ਸਾਧ ਸੰਗਤ ਜੀ ਸਮਾਗਮ ਚੱਲ ਰਹੇ। ਤੇ ਬਾਬਾ ਸਾਹਿਬ ਸਿੰਘ ਜੀ ਬੇਦੀ ਮਹਾਂਪੁਰਖਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਸੀਗੀ, ਅੰਮ੍ਰਿਤ ਛਕਾਇਆ ਸੀਗਾ। ਤੇ ਸਿੱਖਿਆ ਦਿਖਿਆ ਦਿੱਤੀ ਤੇ ਮਿਸਲਾਂ ਤੋਂ ਅੱਗੇ ਤੋਰਿਆ ਮਹਾਰਾਜੇ ਵਾਲੇ ਪਾਸੇ। ਨਹੀਂ ਤੇ ਛੋਟੇ ਸਨ ਮਹਾਰਾਜਾ ਰਣਜੀਤ ਸਿੰਘ ਉਦੋਂ। ਤੇ ਸਾਧ ਸੰਗਤ ਜੀ ਮਹਾਰਾਜਾ ਰਣਜੀਤ ਸਿੰਘ ਨੂੰ ਗੱਦੀ ਤੇ ਨਹੀਂ ਸੀ ਬੈਠਣ ਦੇਂਦੇ। ਮਹਾ ਸਿੰਘ ਚੜ੍ਹਾਈ ਕਰ ਗਏ ਸਨ ਤੇ ਮਹਾਰਾਜੇ ਰਣਜੀਤ ਸਿੰਘ ਨੂੰ ਗੱਦੀ ਤੇ ਨਹੀਂ ਸੀ ਬੈਠਣ ਦੇ ਰਹੇ।
12 ਸਾਲਾਂ ਦੀ ਉਮਰ ਸੀ ਮਹਾਰਾਜੇ ਰਣਜੀਤ ਸਿੰਘ ਦੀ ਜਦੋਂ ਉਹਨਾਂ ਨੇ ਆਪਣੀ ਮਿਸਲ ਦਾ ਪ੍ਰਬੰਧ ਲਿਆ ਔਰ ਮਿਸਲ ਦਾ ਪ੍ਰਬੰਧ ਦਵਾਇਆ ਬਾਬਾ ਸਾਹਿਬ ਸਿੰਘ ਜੀ ਬੇਦੀ ਗੁਰੂ ਨਾਨਕ ਸਾਹਿਬ ਜੀ ਦੀ ਅੰਸ਼ ਬੰਸ ਨੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਤੇ ਬਾਬਾ ਸਾਹਿਬ ਸਿੰਘ ਜੀ ਬੇਦੀ ਜੀ ਦਾ ਜਨਮ ਕਿਵੇਂ ਹੋਇਆ? ਉਹ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਬਚਨ ਨਾਲ ਹੋਇਆ ਜੀ। ਕਿਵੇਂ ਹੋਇਆ? ਕਲਾਧਾਰੀ ਜੀ ਸਨ, ਉਹਨਾਂ ਦੇ ਸੰਤਾਨ ਨਹੀਂ ਸੀਗੀ ਤੇ ਉਹਨਾਂ ਬੇਨਤੀ ਕੀਤੀ ਸੀਗੀ। ਮਹਾਰਾਜ ਦਸਵੇਂ ਪਾਤਸ਼ਾਹ ਨੇ ਬਚਨ ਕੀਤਾ ਸੀਗਾ ਪੁੱਤਰ ਹੋਏਗਾ ਨਾਮ ਸਾਹਿਬ ਸਿੰਘ ਰੱਖ ਦਿਓ। ਵਾਹਿਗੁਰੂ ਆਖਿਆ ਸੀਗਾ ਪੁੱਤਰ ਹੋਏਗਾ ਤੁਹਾਡੇ ਘਰ, ਗਾਂ ਅੱਗੇ ਪੋਤਰਾ ਹੋਏਗਾ, ਉਹਦਾ ਨਾਮ ਸਾਹਿਬ ਸਿੰਘ ਰੱਖਿਓ ਤੇ ਅੰਮ੍ਰਿਤ ਛਕਾ ਦਿਓ। ਉਥੋਂ ਗੁਰੂ ਨਾਨਕ ਸਾਹਿਬ ਜੀ ਦੀ ਅੰਸ਼ ਬੰਸ ਵਿੱਚ ਅੰਮ੍ਰਿਤ ਤੁਰਿਆ ਜੀ। ਬਾਬਾ ਸਾਹਿਬ ਸਿੰਘ ਜੀ ਦਾ ਨਾਮ ਦਸਵੇਂ ਪਾਤਸ਼ਾਹ ਜੀ ਨੇ ਆਪ ਆਪਣੀ ਸ੍ਰੀ ਕੰਠ ਤੋਂ ਰੱਖਿਆ। ਵੇਖੋ ਇਹ ਖੇਡ ਪਿੱਛੋਂ ਧੁਰੋਂ ਜੁੜੀ ਹੋਈ ਹੈ। ਤੇ ਹੁਣ ਵੀ ਸਾਧ ਸੰਗਤ ਜੀ ਬਾਬਾ ਜੀ ਉਹਨਾਂ ਦੀ ਕੁੱਲ ਵਿੱਚ ਜਿਹੜੇ ਹਨ ਉਹ ਚੱਲ ਰਹੇ ਆ ਗੁਰੂ ਨਾਨਕ ਸਾਹਿਬ ਜੀ ਦੀ ਕੁੱਲ ਵਿੱਚ। ਸੋ ਇੱਕ ਉਹ ਕੁੱਲ, ਇੱਕ ਨਿਰਮ ਵਾਹਿਗੁਰੂ ਉਦਾਸੀ ਪੰਥ ਚੱਲਿਆ ਮਹਾਰਾਜ ਦੀ ਕੁੱਲ ਵਿੱਚੋਂ ਬਾਬਾ ਸ੍ਰੀ ਚੰਦ ਜੀ ਨੇ ਤੋਰਿਆ। ਤੇ ਕਈ ਮਤ ਭੇਦ ਕਰਦੇ, ਜੇ ਗੁਰੂ ਹਰਗੋਬਿੰਦ ਸਾਹਿਬ ਨੇ ਨਹੀਂ ਮਤ ਭੇਦ ਕੀਤਾ ਤੇ ਤੁਹਾਡੀ ਕੀ ਜ਼ਰੂਰਤ ਹੈ ਵੀ ਤੁਸੀਂ ਮਤ ਭੇਦ ਕਰੋ? ਸਾਡੀ ਕੀ ਜ਼ਰੂਰਤ ਹੈ? ਸਤਿਗੁਰਾਂ ਦੀ ਬਾਤ ਹੈ, ਸਤਿਗੁਰਾਂ ਨੇ ਕੋਈ ਮਤ ਭੇਦ ਨਹੀਂ ਕੀਤਾ। ਗੁਰੂ ਅਮਰਦਾਸ ਸਾਹਿਬ ਨੇ ਆਪਣੇ ਇੱਕ ਪੁੱਤਰ ਨੂੰ ਬਾਬਾ ਸ੍ਰੀ ਚੰਦ ਜੀ ਦੇ ਕੋਲ ਬਿਠਾ ਦਿੱਤਾ ਸੀਗਾ। ਜੇ ਵੱਡੇ ਸਤਿਗੁਰਾਂ ਨੇ ਮਤ ਭੇਦ ਨਹੀਂ ਕੀਤਾ ਤਾਂ ਅਸੀਂ ਕਿਉਂ ਕਰਦੇ ਹਾਂ? ਸਾਨੂੰ ਵੀ ਮਤ ਭੇਦ ਨਹੀਂ ਕਰਨਾ ਚਾਹੀਦਾ। ਸੋ ਅੱਜ ਵੀ ਬੇਦੀਆਂ ਦੀ ਕੁੱਲ ਸਾਧ ਸੰਗਤ ਜੀ ਚੱਲ ਰਹੀ ਹੈ ਊਨੇ ਦੇ ਵਿੱਚ, ਤੇ ਅੱਗੋਂ ਬੜਾ ਵਿਸਥਾਰ ਹੈ ਉਹਨਾਂ ਦਾ। ਊਨੇ ਦੇ ਵਿੱਚ ਵੀ ਹੈ, ਹੋਰ ਵੀ ਬੇਦੀਆਂ ਦੇ ਸਾਧ ਸੰਗਤ ਜੀ ਕਈ ਪਰਿਵਾਰ ਜਿਹੜੇ ਆ ਉਹ ਵਸੇ ਹੋਏ ਆ। ਸੋ ਮਹਾਰਾਜ ਕਿਰਪਾ ਕਰਨ। ਸ਼੍ਰੀ ਨਾਨਕ ਕੇ ਅਸ ਜੁਗ ਨੰਦਨ ਰਾਮ ਕੋਇਰ ਜੀ ਨੇ ਕਥਾ ਸੁਣਾਈ। ਕਹਿੰਦੇ ਇਸ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਦੋ ਪੁੱਤਰ ਹੋਏ। ਕਵ ਸੰਤੋਖ ਸਿੰਘ ਠਾਨਤ ਬੰਦਨ। ਕਵੀ ਸੰਤੋਖ ਸਿੰਘ ਜੀ ਦੋਵਾਂ ਪੁੱਤਰਾਂ ਨੂੰ ਨਮਸਕਾਰ ਕਰਦੇ, ਕੁੱਲ ਨੂੰ ਵੀ ਉਦਾਸੀਨ ਪੰਥ ਨੂੰ ਵੀ। ਸੋ ਵੱਡੀ ਸੋਚ ਰੱਖਣੀ ਚਾਹੀਦੀ ਹੈ, ਭਰਮਾਂ ਭੁਲੇਖਿਆਂ ਵਿੱਚ ਨਹੀਂ ਪੈਣਾ ਚਾਹੀਦਾ। ਸੰਗਤ ਜੀ ਇਹ ਸਾਰੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦੇ ਗਹਿਣੇ ਨੇ, ਗਹਿਣੇ। ਅੱਜ ਲੋੜ ਹੈ ਗੁਰੂ ਕਾ ਪੰਥ ਇਕੱਠਾ ਹੋਵੇ ਸਾਰਾ, ਤੇ ਸਾਰੇ ਇਕੱਠੇ ਹੋ ਕੇ ਇਸ ਸਿੱਖੀ ਦੀ ਚੜ੍ਹਦੀ ਕਲਾ ਦੀ ਗੱਲ ਕਰਨ ਵੀ ਸਿੱਖੀ ਦਾ ਪ੍ਰਚਾਰ ਕਿਵੇਂ ਵਧੇ। ਸੋ ਮਹਾਰਾਜ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਆਓ ਪੰਕਤੀਆਂ ਪੜ੍ਹ ਕੇ ਖਿਮਾ ਮੰਗੀਏ। ਤਿਨ ਤੇ ਬਿਦਿਓ ਪੰਥ ਉਦਾਸੀ, ਲੱਖੋਂ ਭਏ ਕਰਹਿ ਤਪ ਰਾਸੀ। ਸ਼੍ਰੀ ਨਾਨਕ ਕੇ ਅਸ ਜੁਗ ਨੰਦਨ, ਕਬ ਸੰਤੋਖ ਸਿੰਘ ਠਾਨਤ ਬੰਦਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।